ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗੈ ਜੋਧ ਅਪਾਰ, ਕਿਤਿਆਂ ਗਣਤ ਨਹੀਂ ਵਿਚਾਰ। ਕਿਤੇ ਖੱਪ ਟੁੱਟੇ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ। ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁਖ ਭੂਖ ਸਦ ਮਾਰ। ਇਹ ਭੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੈ ਹੋਏ। ਹੋਰ ਆਖ ਨ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ। ਉਹ ਜਾਣੈ ਜੇਤੀਆਂ ਮੂੰਹ ਖਾਏ, ਆਪੇ ਜਾਣੈ ਆਪੇ ਦੇ। ਆਖੈ ਸੇ ਭੇ ਕਈ ਕੇ, ਜਿਸ ਨੂੰ ਬਖਸ਼ੇ ਸਿਫਤ ਸਾਲਾ। ਨਾਨਕ ਪਾਤਸ਼ਾਹੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਪ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਆਪਾਂ 25 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ। 24 ਨੰਬਰ ਪੌੜੀ ਤੱਕ ਆਪਾਂ ਵਿਚਾਰ ਸਰਵਣ ਕਰ ਚੁੱਕੇ ਹਾਂ। ਜਿਵੇਂ ਕਿ ਆਪਾਂ 24 ਨੰਬਰ ਪੌੜੀ ਤੱਕ ਜਿੰਨੇ ਵਿਚਾਰ ਸਾਂਝੇ ਕੀਤੇ ਨੇ, ਤੁਸੀਂ ਨੋਟ ਕੀਤਾ ਹੋਏਗਾ, ਗੁਰਦੇਵ ਜੀ ਨੇ ਹਰ ਪੌੜੀ ਵਿੱਚ ਸਾਨੂੰ ਸਚਿਆਰਾ ਬਣਨ ਵਾਸਤੇ, ਉਸ ਸਚਿਆਰੇ ਦਾ ਰੂਪ ਬਣਨ ਵਾਸਤੇ ਬੜਾ ਹੀ ਸੌਖਾ ਰਾਹ ਦੱਸਿਆ। ਜਿਹੜੇ ਲੋਕ ਰਾਹ ਦੱਸ ਰਹੇ ਸਨ ਉਹਨਾਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਖੰਡਨ ਵੀ ਕੀਤਾ ਹੈ ਅਤੇ ਸਮਝਾਇਆ, ਭਾਈ ਇਹਨਾਂ ਤਰੀਕਿਆਂ ਨਾਲ ਤੁਸੀਂ ਉਸ ਮਾਲਕ ਦਾ ਰੂਪ ਨਹੀਂ ਬਣ ਸਕਦੇ। ਭਾਵ ਤੁਹਾਡੀ ਜ਼ਿੰਦਗੀ 'ਚੋਂ ਗੁਣ, ਉਹ ਕੁਆਲਿਟੀ ਨਹੀਂ ਆ ਸਕਦੀ। ਕਰਮ ਕਾਂਡਾਂ ਨਾਲ ਤੁਸੀਂ ਆਪਣੀ ਜ਼ਿੰਦਗੀ ਦਾ ਬਹੁਤ ਕੀਮਤੀ ਸਮਾਂ ਅਜਾਈਂ ਗਵਾ ਸਕਦੇ ਹੋ। ਜਿਵੇਂ ਆਪਾਂ ਪਿੱਛੇ ਸਾਰੀਆਂ ਪੌੜੀਆਂ ਸਮਝਿਆ, ਕੋਈ ਤੀਰਥਾਂ 'ਤੇ ਇਸ਼ਨਾਨ ਕਰਨ ਦਾ ਦਾਅਵਾ ਕਰਕੇ ਉਹਨੂੰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਕੋਈ ਪੁੱਠਾ ਲਮਕ ਕੇ, ਕੋਈ ਜਪ ਤਪ ਕਰਕੇ, ਕੋਈ ਮੌਨ ਸਮਾਧੀਆਂ ਲਾ ਕੇ। ਤੋ ਇਹ ਸਾਰਿਆਂ ਤਰੀਕਿਆਂ ਨੂੰ ਗੁਰਦੇਵ ਜੀ ਨੇ, ਕਿਸੇ ਨੇ ਕਿਹਾ ਮੈਂ ਸ਼ਾਇਦ ਉਹਦਾ ਅੰਤ ਪਾ ਲਵਾਂ, ਸ਼ਾਇਦ ਇਹੋ ਹੀ ਇੱਕ ਰਾਹ ਹੋਵੇ। ਮਹਾਰਾਜ ਨੇ ਸਾਰੀਆਂ ਵਿਚਾਰਾਂ ਨੂੰ ਰੱਦ ਕਰਦਿਆਂ ਹੋਇਆਂ ਬੜਾ ਹੀ ਸੌਖਾ ਰਾਹ ਦੱਸਿਆ ਸਾਨੂੰ ਕਿ ਜਿਹੜਾ ਉਹਦੀ ਸਿਫਤ ਸਲਾਹ ਦੁਆਰਾ ਉਹਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ, ਉਹ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਹੈ। ਤੋ ਵੇਖੋ ਕਿੱਡੀ ਕਮਾਲ ਦੀ ਗੱਲ ਕਹੀ ਕਿ ਦੁਨਿਆਵੀ ਤੌਰ 'ਤੇ ਜੇ ਕਿਸੇ ਨੇ ਪਾਤਸ਼ਾਹ ਬਣਨਾ ਹੈ, ਬਾਦਸ਼ਾਹ ਬਣਨਾ ਹੈ, ਸਾਰੀ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਆਪਾਂ ਵੇਖਦੇ ਹੀ ਹਾਂ ਵੀ ਜਦੋਂ ਸੰਸਾਰ 'ਤੇ ਕੋਈ ਬਾਦਸ਼ਾਹ ਬਣਦਾ ਹੈ, ਉਹਦੀ ਪਹੁੰਚ ਹੁੰਦੀ ਹੈ, ਉਹਦੇ ਕੋਲ 4 ਪੈਸੇ ਹੁੰਦੇ ਨੇ, ਸੱਤਾ ਹੁੰਦੀ ਹੈ, ਤਾਂ ਜਾ ਕੇ ਉਸ ਮੁਕਾਮ ਤੱਕ ਪਹੁੰਚਦਾ। ਪਰ ਜਿਹੜੀ ਇੱਥੇ ਪਾਤਸ਼ਾਹ ਦੀ ਗੱਲ ਕਰਦੇ ਨੇ ਗੁਰਦੇਵ ਜੀ, ਹਰ ਜਨ ਸਧਾਰਨ ਬੰਦਾ ਵੀ, ਖੇਤਾਂ 'ਚ ਹਲ ਵਾਹੁਣ ਵਾਲਾ ਵੀ ਪਾਤਸ਼ਾਹ ਬਣ ਸਕਦਾ ਹੈ, ਮਜ਼ਦੂਰੀ ਕਰਨ ਵਾਲਾ ਵੀ ਉਹ ਪਾਤਸ਼ਾਹ ਦੇ ਪਦ ਤੱਕ ਪਹੁੰਚ ਸਕਦਾ ਹੈ। ਜਿਵੇਂ ਆਪਾਂ ਦੁਨਿਆਵੀ ਤੌਰ 'ਤੇ ਗੱਲ ਕਰਦੇ ਹਾਂ ਗਹਿਣਿਆਂ ਦੀ, ਤੋ ਜਿਹਦੇ ਘਰ 4 ਪੈਸੇ ਹੈਗੇ ਨੇ, ਜਿਹੜੀ ਔਰਤ ਜਾਂ ਮਰਦ ਅਮੀਰ ਹੈ, ਉਹ ਗਹਿਣੇ ਵੀ ਪਾ ਸਕਦਾ ਹੈ, ਹਾਰ ਸ਼ਿੰਗਾਰ ਵੀ ਕਰ ਸਕਦੇ ਨੇ। ਪਰ ਜਿਹੜੇ ਝੌਂਪੜੀਆਂ 'ਚ ਰਹਿਣ ਵਾਲੇ ਨੇ, ਜਿਹੜੇ ਬਿਲਕੁਲ ਸਧਾਰਨ ਲੋਕ ਨੇ, ਸਿੰਪਲ ਲੋਕ ਨੇ, ਉਹ ਤਾਂ ਗਹਿਣਿਆਂ ਦੇ ਪਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਵਿਚਾਰਿਆਂ ਬਹੁਤਿਆਂ ਨੇ ਕਈ ਵਾਰ ਉਹਨਾਂ ਗਹਿਣਿਆਂ ਦਾ ਨਾਮ ਹੀ ਨਹੀਂ ਸੁਣਿਆ ਹੁੰਦਾ। ਪਰ ਜਿਹੜੇ ਗਹਿਣੇ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਹੈ, ਮਨ ਮੋਤੀ ਜੇ ਗਹਿਣਾ ਹੋਵੇ, ਉਹ ਹਰ ਗਹਿਣਾ ਹਰ ਦੁਨੀਆ ਦੀ ਔਰਤ ਪਾ ਸਕਦੀ ਹੈ, ਗਰੀਬ ਵੀ, ਅਮੀਰ ਵੀ, ਉੱਚਾ ਵੀ, ਨੀਵਾਂ ਵੀ। ਕਿਉਂ? ਕਿਉਂਕਿ ਗੁਰਦੇਵ ਜੀ ਜਦੋਂ ਉਹਨਾਂ ਗਹਿਣਿਆਂ ਦੀ ਗੱਲ ਕਰਦੇ ਨੇ ਅਤੇ ਨਾਲ ਕਹਿੰਦੇ ਨੇ ਉਹ ਗਹਿਣੇ ਭਾਈ ਤੇਰੇ ਕੋਲ ਨੇ, ਤੇਰੇ ਅੰਦਰ ਨੇ, ਸਿਰਫ ਉਹਨਾਂ ਗਹਿਣਿਆਂ ਨੂੰ ਘੜ ਕੇ ਸਵਾਰ ਕੇ ਤੂੰ ਆਪਣੀ ਜ਼ਿੰਦਗੀ 'ਚ ਖੁਦ ਆਪ ਪਾ ਸਕਦੇ। ਜਿਵੇਂ ਆਪਾਂ ਦੁਨਿਆਵੀ ਤੌਰ 'ਤੇ ਵੇਖਦੇ ਹਾਂ ਵੀ ਜਦੋਂ ਸੁਨਿਆਰਾ ਕੋਈ ਗਹਿਣੇ ਘੜਦਾ ਕੋਈ ਹੈ ਅਤੇ ਪਾਉਂਦਾ ਕੋਈ ਹੈ। ਪਰ ਇੱਥੇ ਗੁਰਦੇਵ ਜੀ ਕਹਿੰਦੇ ਨੇ ਇਹ ਗਹਿਣੇ ਘੜਨੇ ਵੀ ਤੂੰ ਖੁਦ ਆਪ ਨੇ ਅਤੇ ਪਾਉਣੇ ਵੀ ਤੂੰ ਖੁਦ ਆਪ ਨੇ। ਤੋ ਬੜਾ ਪਿਆਰਾ ਰੂਪ, ਬੜਾ ਪਿਆਰਾ ਨਕਸ਼ਾ ਖਿੱਚ ਕੇ ਸਾਨੂੰ ਜ਼ਿੰਦਗੀ ਨੂੰ ਸਵਾਰਨ ਵਾਸਤੇ ਗੁਰਦੇਵ ਪਿਤਾ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਨੇ ਕਿ ਜਿਸ ਨੂੰ ਬਖਸ਼ੇ ਸਿਫਤ ਸਾਲਾ, ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣਦਾ। ਹੁਣ ਇਹ ਜਿਹੜਾ ਸ਼ਬਦ ਐਡਾ ਕਮਾਲ ਦਾ ਹੈ ਅਤੇ ਇਹਨੂੰ ਕਈ ਵਾਰੀ ਉਲਝਣ ਵਿੱਚ ਪਾਇਆ ਜਾਂਦਾ ਹੈ। ਜਿਹੜੇ ਲੋਕਾਂ ਨੇ ਸੁਧਰਨਾ ਨਹੀਂ, ਉਹ ਅਕਸਰ ਕਹਿੰਦੇ ਨੇ ਵੇਖੋ ਜੀ, ਜੇ ਅਸੀਂ ਵਿਗੜੇ ਹਾਂ ਸਾਡਾ ਥੋੜ੍ਹਾ ਕੋਈ ਕਸੂਰ ਹੈ, ਤੁਸੀਂ ਜੇ ਸੁਧਰੇ ਹੋ ਅਤੇ ਤੁਹਾਡੇ 'ਤੇ ਰੱਬ ਨੇ ਬਖਸ਼ਿਸ਼ ਕੀਤੀ ਹੈ, ਤੁਹਾਡੇ 'ਤੇ ਰੱਬ ਨੇ ਰਹਿਮਤ ਕੀਤੀ ਹੈ, ਤੁਸੀਂ ਉਹਦੀ ਬਖਸ਼ਿਸ਼ ਦੇ ਪਾਤਰ ਬਣ ਗਏ ਹੋ। ਮੈਂ 1-2 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਇਸ ਵਿਸ਼ੇ 'ਤੇ। ਜਿੱਥੇ ਸਾਡਾ ਨਿੱਜੀ ਸਵਾਰਥ ਹੁੰਦਾ ਹੈ, ਜਿੱਥੇ ਸਾਨੂੰ ਪਤਾ ਹੁੰਦਾ ਹੈ ਵੀ ਇੱਥੇ ਸਾਡਾ ਢਿੱਲ ਮੱਠ ਸਰਨਾ ਨਹੀਂ, ਸਾਨੂੰ ਪਤਾ ਹੈ ਵੀ ਇੱਥੇ ਪ੍ਰੋਪਰ ਸਾਨੂੰ ਆਪ ਤੁਰਨਾ ਪੈਣਾ, ਉੱਥੇ ਅਸੀਂ ਕਦੀ ਨਹੀਂ ਕਹਿੰਦੇ ਅਸੀਂ ਬਖਸ਼ਿਸ਼ ਨਹੀਂ ਉਡੀਕਦੇ। ਮੰਨ ਲਓ
ਬੱਚੇ ਨੇ ਸਕੂਲ ਜਾਣਾ ਹੈ, ਪਤਾ ਉਹਦਾ ਐਗਜ਼ਾਮ ਹੈ, ਤੇ ਉੱਥੇ ਪਤਾ ਹੈ ਕਿ ਬੱਚੇ ਨੂੰ ਤਿਆਰ ਕਰਕੇ ਭੇਜਣਾ ਪੈਣਾ, ਸਾਡੇ ਕੋਲ ਦੂਜੀ ਆਪਸ਼ਨ ਨਹੀਂ। ਤੁਸੀਂ ਪਲੇਨ 'ਤੇ ਜਾਣਾ ਹੈ, ਸਫ਼ਰ ਕਰਨਾ ਹੈ, ਤੁਹਾਨੂੰ ਪਤਾ ਹੈ ਵੀ ਤੁਹਾਡੀ 2 ਵਜੇ ਫਲਾਈਟ ਹੈ, ਤੁਹਾਨੂੰ 11 ਵਜੇ ਏਅਰਪੋਰਟ 'ਤੇ ਪਹੁੰਚਣਾ ਹੀ ਪੈਣਾ ਹੈ। ਤੁਸੀਂ ਏਅਰਪੋਰਟ ਤੋਂ ਘਰ ਤੱਕ ਦਾ ਜਿਹੜਾ ਸਫ਼ਰ ਹੈ ਨਾ, ਉਹ ਵੀ ਪਹਿਲਾਂ ਵੇਖ ਲੈਣਾ। 1 ਅੱਧੇ ਘੰਟੇ ਦਾ ਤੁਸੀਂ ਰਾਕੇ ਵਿੱਚ ਤੁਸੀਂ ਵੀ ਤੈਅ ਕਰ ਲੈਣਾ ਵੀ ਜੇ 1 ਘੰਟਾ ਰਸਤੇ 'ਚ ਰੁਕਣਾ ਵੀ ਪੈ ਜਾਏ ਤਾਂ ਇੰਨੇ ਘੰਟੇ ਸਾਨੂੰ ਏਅਰਪੋਰਟ ਤੱਕ ਪਹੁੰਚਣ ਨੂੰ ਲੱਗਣੇ ਨੇ। ਤੁਹਾਡੀ ਟ੍ਰੇਨ ਦਾ ਟਾਈਮ ਮੰਨ ਲਓ 4 ਵਜੇ ਹੈ, ਤੁਹਾਨੂੰ ਪਤਾ ਵੀ 3:30 ਸਵਾ 3 ਤੁਹਾਨੂੰ ਸਟੇਸ਼ਨ 'ਤੇ ਪਹੁੰਚਣਾ ਪੈਣਾ, ਕਿਉਂਕਿ ਟ੍ਰੇਨ ਨੇ ਸਾਨੂੰ ਨਹੀਂ ਉਡੀਕਣਾ, ਅਸੀਂ ਜਾ ਕੇ ਟ੍ਰੇਨ ਨੂੰ ਹਮੇਸ਼ਾ ਉਡੀਕਣਾ ਹੈ। ਈਵਨ ਇੱਥੋਂ ਤੱਕ ਬੰਦੇ ਦੀ ਸਿਹਤ ਵੀ ਮਾੜੀ ਮੋਟੀ ਢਿੱਲੀ ਹੋਵੇ, ਪਤਾ ਉਹ ਦਿਨ ਫਲਾਈਟ ਹੈ, ਤੁਸੀਂ ਉਹਨੂੰ ਮੈਡੀਸਨ ਦਿਓਗੇ, ਨਾਲ ਮੈਡੀਸਨ ਦਾ ਪ੍ਰਬੰਧ ਕਰ ਦਿਓਗੇ। ਉੱਥੇ ਇਹ ਨਹੀਂ ਕਹੋਗੇ ਰੱਬ ਦੀ ਬਖਸ਼ਿਸ਼ ਹੋਏਗੀ, ਸਾਡੇ ਭਾਗਾਂ 'ਚ ਹੋਏਗਾ, ਰੱਬ ਕਿਰਪਾ ਕਰੇਗਾ ਅਤੇ ਫਲਾਈਟ ਅਸੀਂ ਫੜ ਲਵਾਂਗੇ। ਪਤਾ ਹੈ ਕਿ ਇਹ ਬਖਸ਼ਿਸ਼ ਹੋਈ ਪਈ ਹੈ, ਮੈਨੂੰ ਆਪ ਉਦਮ ਕਰਕੇ ਪਲੇਨ 'ਤੇ ਜਾਣਾ ਪੈਣਾ ਹੈ। ਤੋ ਜੇ ਅਸੀਂ ਆਪਣੇ ਹੁਣ ਕਿਸੇ ਬੰਦੇ ਨੇ ਦੁਕਾਨ ਖੋਲ੍ਹਣੀ ਹੈ, ਉਹ ਇੱਦਾਂ ਕਹਿੰਦਾ ਰੱਬ ਦੀ ਕਿਰਪਾ ਹੋਈ ਤੇ ਦੁਕਾਨ ਖੋਲ੍ਹ ਜੀ। ਪਤਾ ਹੈ ਵੀ ਮੈਨੂੰ ਸਵੇਰੇ ਦੁਕਾਨ 'ਤੇ ਇੰਨੇ ਵਜੇ ਜਾਣਾ ਪੈਣਾ ਹੈ। ਜਦੋਂ ਅਸੀਂ ਆਪਣੇ ਨਿੱਜੀ ਕੰਮਾਂ ਵਾਸਤੇ ਇਹ ਕਹਿੰਦੇ ਵੀ ਮੈਨੂੰ ਜਾਣਾ ਪੈਣਾ, ਮੇਰੀ ਕਮਿਟਮੈਂਟ ਹੈ, ਅਤੇ ਜਦੋਂ ਗੱਲ ਆਉਂਦੀ ਚੰਗਿਆਂ ਕੰਮਾਂ ਦੀ, ਪਰਮੇਸ਼ਰ ਦੇ ਰਸਤੇ 'ਤੇ ਤੁਰਨ ਦੀ, ਉਦੋਂ ਅਕਸਰ ਕਹਿਣਗੇ ਵੇਖੋ ਰੱਬ ਦੀ ਕਿਰਪਾ ਹੋਈ, ਉਹ ਭਾਗਾਂ 'ਚ ਹੋਇਆ ਅਤੇ ਉਹਨੇ ਆਪੇ ਸਾਨੂੰ ਉਠਾ ਲੈਣਾ ਹੈ। ਇੱਦਾਂ ਕਹਿ ਕੇ ਸੁਣਦੇ ਹੋ ਤੁਸੀਂ ਵੀ ਸਵੇਰੇ 4 ਵਜੇ ਟ੍ਰੇਨ ਹੈ, ਭਾਗਾਂ 'ਚ ਹੋਇਆ ਅਤੇ ਰੱਬ ਨੇ ਉਠਾ ਲੈਣਾ। ਪਤਾ ਵੀ ਇੰਨੇ ਪੈਸੇ ਮੇਰੇ ਲੱਗੇ ਨੇ, ਮੈਂ ਅਲਾਰਮ ਲਾ ਕੇ ਸੌਵਾਂ, ਕਿਤੇ ਨਾ ਹੋਵੇ ਮੈਂ ਸੁੱਤਾ ਰਹਿ ਜਾਵਾਂ। ਪਰ ਜਦੋਂ ਇਹ ਪੱਖ ਆਉਂਦਾ ਹੈ ਅਤੇ ਅਕਸਰ ਹਮੇਸ਼ਾ ਅਸੀਂ ਢਿੱਲੇ ਹੋ ਜਾਂਦੇ, ਆਲਸੀ ਹੋ ਜਾਂਦੇ। ਬਾਣੀ 'ਚ ਨੇ ਲਿਖਿਆ ਵੀ ਬੁਰੇ ਕਾਮ ਕੋ ਊਠ ਖਲੋਇਆ ਅਤੇ ਨਾਮ ਕੀ ਬੇੜਾ ਪੈ ਪੈਸ ਹੋਇਆ। ਚੰਗਿਆਈ ਆਲ ਕਰੇ ਬੁਰਿਆਈ ਹੋਏ ਸ਼ੇਰ। ਚੰਗਿਆਂ ਕੰਮਾਂ ਵਾਸਤੇ ਆਲਸ ਆ ਜਾਂਦਾ ਅਤੇ ਬੁਰਿਆਂ ਕੰਮਾਂ ਵਾਸਤੇ ਬੰਦਾ ਬੱਬਰ ਸ਼ੇਰ ਬਣ ਜਾਂਦਾ ਹੈ। ਤੋ ਪਾਤਸ਼ਾਹ ਇੱਥੇ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਦੁਨਿਆਵੀ ਤੌਰ 'ਤੇ ਹਰ ਬੰਦਾ ਪਾਤਸ਼ਾਹ ਨਹੀਂ ਬਣ ਸਕਦਾ, ਪਾਤਸ਼ਾਹ ਦਾ ਖਿਆਲ ਵੀ ਨਹੀਂ ਆਪਣੀ ਜ਼ਿੰਦਗੀ 'ਚ ਲਿਆ ਸਕਦਾ ਕਿ ਮੈਂ ਵੀ ਕਦੀ, ਪਰ ਇੱਥੇ ਉਹਦੀ ਸਿਫਤ ਸਲਾਹ ਕਰਕੇ ਪਾਤਸ਼ਾਹ ਦਾ ਪਾਤਸ਼ਾਹ ਬਣ ਸਕਦਾ ਅਤੇ ਬਣੇ ਨੇ। ਤੁਸੀਂ ਕਦੀ ਸੋਚ ਕੇ ਵੇਖੋ ਉਹ ਕਿੱਦਾਂ ਬਣੇ ਨੇ। ਅੰਦਰ ਪਾਤਸ਼ਾਹੀ ਹੈ, ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਜਿਹੜਾ ਜਦੋਂ ਕੋਈ ਬੰਦਾ ਸਤਾ 'ਤੇ ਬੈਠਦਾ ਹੈ ਨਾ, ਉਹ ਆਪਣੇ ਆਪ 'ਚ ਕਿੱਦਾਂ ਮਹਿਸੂਸ ਕਰਦਾ ਕਿ 4 ਬੰਦੇ ਮੈਨੂੰ ਮਿਲਣ ਆ ਰਹੇ ਨੇ, ਮੇਰੀ ਲੋਕਾਂ 'ਚ ਪ੍ਰਭਤਾ ਹੈ। ਇੱਥੇ ਸ਼ਬਦ ਵਰਤਿਆ ਰਾਜ ਲੀਲਾ ਤੇਰੇ ਜਦੋਂ ਮੈਂ ਤੇਰੇ ਨਾਮ ਨਾਲ ਜੁੜਦਾ, ਜਦੋਂ ਮੈਂ ਸੱਚ ਨਾਲ ਜੁੜਦਾ ਨਾ, ਮੈਨੂੰ ਬਾਹਰ ਦਾ ਤਾਂ ਪਤਾ ਨਹੀਂ ਕਿ ਇੱਕ ਰਾਜਾ ਆਪਣੇ ਤਖਤ 'ਤੇ ਬੈਠ ਕੇ, ਇੱਕ ਪੋਲੀਟੀਕਲ ਬੰਦਾ ਆਪਣੀ ਜਦੋਂ ਸੱਤਾ 'ਚ ਆਉਂਦਾ ਉਹ ਕੀ ਆਨੰਦ ਲੈਂਦਾ। ਪਰ ਮੈਂ ਕਹਿੰਦਾ ਮੈਂ ਆਪਣੇ ਆਪ 'ਚ ਇੱਕ ਰਾਜਾ ਹਾਂ। ਕਿਉਂ? ਕਿਉਂਕਿ ਜਦੋਂ ਮੈਂ ਤੇਰੇ ਨਾਲ ਜੁੜਦਾ, ਤੇਰੇ ਨਾਲ ਸਾਂਝ ਪੈਂਦੀ ਹੈ ਅਤੇ ਮੈਂ ਪਾਤਸ਼ਾਹ ਵਾਲੀ ਫੀਲਿੰਗ ਲੈਂਦਾ ਆਪਣੀ ਜ਼ਿੰਦਗੀ 'ਤੇ। ਸੱਚ ਲਈ ਹੈ। ਸਾਰੀ ਦਿਹਾੜੀ ਖੇਤਾਂ 'ਚ ਹਲ ਵਾਹੁਣ ਵਰਗੇ ਭਾਈ ਤਾਰੂ ਸਿੰਘ ਵਰਗੇ ਯੋਧੇ, ਉਹ ਕਿਸੇ ਪਾਤਸ਼ਾਹ ਨਾਲੋਂ ਘੱਟ ਨਹੀਂ। ਆਪਣੇ ਅੰਦਰ ਆਨੰਦ ਨੇ। ਸਮੇਂ ਦੇ ਬਾਦਸ਼ਾਹ ਨੂੰ ਵੀ ਉਹਨਾਂ ਦੇ ਅੱਗੇ ਝੁਕਣਾ ਪਿਆ। ਉਹਨਾਂ ਨੂੰ ਤਸੀਹੇ ਦਿੱਤੇ, ਉਹਨਾਂ ਨੂੰ ਟੌਰਚਰ ਕੀਤਾ ਮਾਨਸਿਕ ਤੌਰ 'ਤੇ। ਅਗਰ ਉਹਨਾਂ ਦੇ ਵਿੱਚ ਕੋਈ ਕੁਆਲਿਟੀ ਸੀ ਨਾ, ਕੁਝ ਗੁਣ ਸੀ ਨਾ, ਪਰ ਉਹ ਗੁਰੂ ਕੇ ਪਿਆਰੇ ਘਬਰਾਏ ਨਹੀਂ, ਡੋਲੇ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰ ਲਓ। ਬੰਦਾ ਸਿੰਘ ਬਹਾਦਰ ਉਹ ਵਿਅਕਤੀ ਹੈ ਜਿਹਦੇ ਕੋਲ ਕਦੀ ਹਿਰਨ ਮਰਦੀ ਹੈ, ਉਹਦੇ ਬੱਚੇ ਉਹਦੇ ਸਾਹਮਣੇ ਤੜਫ ਤੜਫ ਕੇ ਮਰਦੇ ਅਤੇ ਵੈਰਾਗੀ ਬਣ ਜਾਂਦਾ। ਅੱਜ ਉਹ ਗੁਰੂ ਕਾ ਪਿਆਰਾ ਉਹਦੇ ਬੱਚੇ ਦਾ ਦਿਲ ਕੱਢ ਕੇ ਉਹਦੇ ਮੂੰਹ 'ਚ ਪਾਇਆ, ਕਿਉਂਕਿ ਉਹ ਅੰਦਰ ਦੇ ਰਾਜ ਭਾਗ ਦੇ ਮਾਲਕ ਨੇ। ਅਤੇ ਸੱਚੀ ਗੱਲ ਹੈ, ਜਿਹੜੀ ਪਹਿਲੀਆਂ ਵਿਸ਼ਿਆਂ 'ਚ ਆਪਾਂ ਗੱਲ ਕਰ ਚੁੱਕੇ ਹਾਂ ਕਿ ਅਮੀਰੀ ਬੰਦੇ ਦੇ ਅੰਦਰ ਦੀ ਹੈ। ਬਾਹਰੀ ਤੌਰ 'ਤੇ ਬੜਿਆਂ ਲੋਕਾਂ ਕੋਲ ਪੈਸਾ ਹੈ, ਕਿਸੇ ਕੋਲ 2 ਘੱਟ ਹੋਣਗੇ, ਕਿਸੇ ਕੋਲ 2 ਵੱਧ ਹੋਣਗੇ, ਕਿਸੇ ਕੋਲ 2 ਜ਼ਿਆਦਾ ਹੋਣਗੇ। ਇਹਦੇ ਨਾਲ ਕੋਈ ਮੈਟਰ ਨਹੀਂ ਹੈ। ਗੱਲ ਬੰਦੇ ਦੇ ਅੰਦਰ ਦੀ ਹੈ ਕਿ ਬੰਦਾ ਅੰਦਰੋਂ ਕਿੰਨਾ ਅਮੀਰ ਹੈ। ਪਾਤਸ਼ਾਹ ਕਹਿੰਦੇ ਰਾਜ ਲੀਲਾ ਤੇਰੇ ਨਾਮ ਬਣਾਈ। ਜਦੋਂ ਮੈਂ ਤੇਰੇ ਨਾਮ ਨਾਲ ਜੁੜਦਾ, ਨਾਮ ਮੀਨ ਕੀ ਹੈ? ਸੱਚ ਨਾਲ ਜੁੜਨ ਵਾਲਾ ਬੰਦਾ ਆਪਣੇ ਆਪ ਦੇ ਵਿੱਚ ਰਾਜਾ ਬਣ ਜਾਂਦਾ। ਕਿਉਂ? ਕਿਉਂਕਿ ਸੱਜਣ ਸੱਚਾ ਪਾਤਸ਼ਾਹ, ਸਾਡਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਅਤੇ ਜਿਸ ਪਾਸ ਬੈਠੇ ਹਾਂ ਸੋਈ ਹੈ। ਜਦੋਂ ਉਹ ਪਾਤਸ਼ਾਹ ਅਤੇ ਮੈਂ ਜਦੋਂ ਉਹਦੇ ਨਾਲ ਬਵਾਂਗਾ, ਉਹਦੀ ਸੰਗਤ ਕਰਾਂਗਾ, ਅਤੇ ਕੁਦਰਤੀ ਗੱਲ ਹੈ ਅੰਦਰ ਪਾਤਸ਼ਾਹੀ ਪਾਤਸ਼ਾਹ ਵਾਲਾ ਸੰਕਲਪ ਬਣੇਗਾ। ਬੰਦਾ ਫਿਰ ਅੰਦਰੋਂ ਉਸ ਨਿਧਾਨ ਦਾ ਮਾਲਕ ਬਣਦਾ ਹੈ। ਤੋ ਜਿਵੇਂ ਬਾਣੀ 'ਚ ਆਪਾਂ ਸ਼ਬਦ ਨਹੀਂ ਪੜ੍ਹਦੇ, ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਮਨ ਵਿੱਚ ਹੀ ਉਹ ਖਜ਼ਾਨਾ ਪ੍ਰਗਟ ਹੋ ਗਿਆ। ਤੋ ਪਾਤਸ਼ਾਹ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹਦੀ ਬਖਸ਼ਿਸ਼ ਦਾ ਜਿਹੜਾ ਪਾਤਰ ਬਣ ਗਿਆ, ਸਿਫਤ ਸਲਾਹ ਦਾ ਰੂਪ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਿਆ। ਉਹ ਸਿਫਤ ਸਲਾਹ ਕਰਦਿਆਂ ਉਹਦਾ ਹੀ ਰੂਪ ਬਣ ਗਿਆ। ਉਹ ਆਪਣੇ ਆਪ ਦੇ ਵਿੱਚ ਪਾਤਸ਼ਾਹ ਦਾ ਪਾਤਸ਼ਾਹ ਹੈ। ਕਿਉਂ? ਕਿਉਂਕਿ ਉਹ ਸੱਚ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਉਂਦਾ ਹੈ। ਅਤੇ ਪਾਤਸ਼ਾਹ ਕਹਿੰਦੇ ਜਿਹੜੀ ਉਹਦੀ ਬਖਸ਼ਿਸ਼ ਹੈ ਨਾ, ਉਹਨੂੰ ਤੁਸੀਂ ਲਿਖਤ ਵਿੱਚ ਨਹੀਂ ਲਿਆ ਸਕਦੇ।
ਹੁਣ ਆਪਾਂ ਅਖੀਰਲੀਆਂ ਤੁਕਾਂ ਤੋਂ ਗੱਲ ਉੱਪਰ ਲੈ ਕੇ ਜਾਣੀ ਹੈ। ਪਾਤਸ਼ਾਹ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ ਤੇ ਵੱਡਾ ਦਾਤਾ ਤਿਲ ਨਾ ਤਮਾਏ। ਬਹੁਤਾ ਕਰਮ, ਬਹੁਤਾ ਦਾ ਅਰਥ ਕੀ, ਉਹਦਾ ਜਿਹੜਾ ਕਰਮ ਮੀਨਿੰਗ ਬਖਸ਼ਿਸ਼, ਉਹਦੀ ਜਿਹੜੀ ਬਖਸ਼ਿਸ਼ ਨਾ ਬਹੁਤ ਵੱਡੀ ਹੈ। ਲਿਖਿਆ ਨਾ ਜਾਏ, ਉਹਨੂੰ ਤੁਸੀਂ ਲਿਖਤ ਵਿੱਚ ਨਹੀਂ ਲਿਆ ਸਕਦੇ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਬਹੁਤਾ ਕਰਮ ਦਾ ਅਰਥ ਕੀ ਹੈ, ਉਹਦੀ ਬਖਸ਼ਿਸ਼ ਬਹੁਤ ਵੱਡੀ ਹੈ, ਉਹ ਇੰਨਾ ਬੇਅੰਤ ਹੈ, ਉਹਨੂੰ ਤੁਸੀਂ ਲਿਖਤ ਵਿੱਚ ਨਹੀਂ ਲਿਆ ਸਕਦੇ। ਵੇਖੋ ਕਿੱਡੀ ਕਮਾਲ ਦੀ ਗੱਲ ਹੈ। ਕਹਿੰਦੇ ਉਹਦੀ ਬਖਸ਼ਿਸ਼ ਨੂੰ ਲਿਖਤ ਵਿੱਚ ਲਿਆਉਣਾ ਤੇ ਬਹੁਤ ਵੱਡੀ ਗੱਲ ਹੈ। ਜਿਹਨੇ ਉਹਦੀ ਗੱਲ ਮੰਨੀ ਹੈ, ਆਪਾਂ ਪਿਛਲੀਆਂ ਪੌੜੀਆਂ 'ਚ ਸਰਵਣ ਕਰ ਚੁੱਕੇ ਹਾਂ। ਜਦੋਂ ਆਪਾਂ 12 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਤਾਂ ਕਿੰਨੇ ਪਿਆਰੇ ਸ਼ਬਦ ਉੱਥੇ ਵਰਤੇ। ਜਦੋਂ 8, 9, 10, 11 ਇਹਨਾਂ ਪੌੜੀਆਂ ਦਾ ਪਾਠ ਕੀਤਾ, ਜਦੋਂ ਅੱਗੇ ਜਾ ਕੇ 12 ਨੰਬਰ ਪੌੜੀ ਆਪਾਂ ਆਰੰਭ ਕੀਤੀ, ਮੰਨੇ ਕੀ ਗਤ ਕਹੀ ਨਾ ਜਾਏ। ਜਿਹਨੇ ਉਹ ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣ ਕੇ ਜਿਹਨੇ ਆਪਣੀ ਜ਼ਿੰਦਗੀ 'ਚ ਗੁਣ ਧਾਰਨ ਕਰ ਲਏ, ਕਹਿੰਦੇ ਉਹਦੀ ਅਵਸਥਾ ਬਿਆਨ ਕਰਨੀ ਬੰਦੇ ਦੇ ਵੱਸੋਂ ਬਾਹਰ ਦੀ ਗੱਲ ਹੈ। ਵੀ ਤੁਸੀਂ ਉਹਦੀ ਬਖਸ਼ਿਸ਼ ਨੂੰ, ਉਹਦੇ ਜ਼ਿੰਦਗੀ ਦੇ ਵਿੱਚ ਜੋ ਉਹਨੇ ਰਹੱਸ ਪ੍ਰਾਪਤ ਕੀਤਾ, ਤੁਸੀਂ ਕਿਸੇ ਪੇਪਰ ਦੀ ਹਿੱਕ 'ਤੇ 4 ਅੱਖਰ ਲਿਖ ਕੇ ਕਹੋ ਜੀ ਮੈਂ ਉਹਦੇ ਬਾਰੇ ਬਹੁਤ ਬਿਆਨ ਕਰਤਾ। ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਕਹਿੰਦੇ ਜਿਹਨੇ ਉਹਦੀ ਗੱਲ ਮੰਨੀ ਹੈ, ਉਹਦੇ ਬਾਰੇ ਬਿਆਨ ਕਰਨਾ ਔਖਾ ਹੈ, ਅਤੇ ਜਿਹੜਾ ਖੁਦ ਬਖਸ਼ਿਸ਼ ਦਾ ਮਾਲਕ ਹੈ, ਉਹਦੀ ਤੁਸੀਂ ਬਖਸ਼ਿਸ਼ ਨੂੰ ਲਿਖਤ ਵਿੱਚ ਕਿੱਦਾਂ ਲਿਆ ਸਕਦੇ ਹੋ। ਕਹਿੰਦੇ ਬਹੁਤਾ ਕਰਮ ਮੀਨਿੰਗ ਬਖਸ਼ਿਸ਼ ਲਿਖਿਆ ਨਾ ਜਾਏ। ਕਹਿੰਦੇ ਵੱਡਾ ਦਾਤਾ, ਹੁਣ ਏਡੀ ਵੱਡੀ ਉਹ ਬਖਸ਼ਿਸ਼ ਦਾ ਮਾਲਕ ਹੈ, ਅਤੇ ਕਿੱਡੀ ਕਮਾਲ ਦੀ ਗੱਲ ਹੈ, ਜੇ ਏਡੀ ਵੱਡੀ ਬਖਸ਼ਿਸ਼ ਦਾ ਮਾਲਕ ਹੈ ਤਾਂ ਉਹਨੂੰ ਤਿਲ ਜਿੰਨਾ ਲਾਲਚ ਵੀ ਨਹੀਂ ਹੈ। ਤਿਲ ਕਿੰਨਾ ਹੁੰਦਾ, ਬੜਾ ਬਰੀਕ। ਕਹਿੰਦੇ ਤਿਲ ਨਾ ਤਮਾਏ, ਤਮਾ ਦਾ ਅਰਥ ਹੈ ਲਾਲਚ। ਕਹਿੰਦੇ ਤਿਲ ਜਿੰਨੀ ਵੀ ਉਹਨੂੰ ਤਮਾ ਨਹੀਂ ਹੈ, ਕਿਉਂਕਿ ਜੇ ਸੱਚੀ ਲਾਲਚ ਹੁੰਦਾ ਨਾ, ਫਿਰ ਦੁਨਿਆਵੀ ਲੋਕਾਂ ਨੇ ਉਹਨੂੰ ਲਾਲਚ ਦੇ ਕੇ ਰੁਝਾ ਲੈਣਾ ਸੀ ਅਤੇ ਧੱਕੇ ਨਾਲ ਉਹਦੇ ਕੋਲੋਂ ਬਖਸ਼ਿਸ਼ ਲੈ ਲੈਣੀ ਸੀ। ਇਹ ਗੱਲ ਸੱਚੀ ਹੁੰਦੀ ਹੈ ਵੀ ਜਦੋਂ ਕਿਸੇ ਵਿੱਚ ਲਾਲਚ ਹੋਵੇ ਨਾ, ਉਹਨੂੰ ਬੰਦਾ ਆਪਣੇ ਅਧੀਨ ਕਰ ਸਕਦਾ। ਜਦੋਂ ਪ੍ਰਮਾਤਮਾ 'ਚ ਲਾਲਚ ਹੀ ਹੈ ਨਹੀਂ, ਉਹਨੂੰ ਕਿਵੇਂ ਕੋ ਅਧੀਨ ਕਰ ਲੇਗਾ। ਲਾਲਚ ਵਾਲਾ ਬੰਦਾ ਡੋਲ ਸਕਦਾ ਅਤੇ ਡਿੱਗ ਸਕਦਾ। ਜਿਵੇਂ ਆਪਾਂ ਅਕਸਰ ਭਗਤ ਕਬੀਰ ਜੀ ਦੇ ਸ਼ਬਦ ਪੜ੍ਹਦੇ ਹਾਂ ਵੀ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ। ਹੁਣ ਬਾਂਦਰ ਵਿੱਚ ਲਾਲਚ ਹੈ ਤਾਂ ਹੀ ਫੜਿਆ ਜਾਂਦਾ, ਨਹੀਂ ਤੇ ਬਾਂਦਰ ਨੂੰ ਕੌਣ ਫੜ ਸਕਦਾ। ਬਾਂਦਰ ਦੇ ਲਾਲਚ ਕਰਕੇ ਉਹਦੇ ਗਲ 'ਚ ਰੱਸੀ ਪੈ ਜਾਂਦੀ ਹੈ। ਨਹੀਂ ਤੇ ਕਦੀ ਕਿਸੇ ਤੁਸੀਂ ਵੇਖਿਆ ਜਿਹੜੇ ਬਾਂਦਰ ਆ ਖੁੱਲ੍ਹੀਆਂ ਥਾਵਾਂ 'ਤੇ ਜੰਗਲਾਂ ਵਿੱਚ ਆਮ ਘੁੰਮਦੇ ਨੇ, ਕਿੱਦਾਂ ਰੋਡ 'ਤੇ ਆ ਜਾਂਦੇ ਆ, ਪਰਾਂ ਭੱਜ ਜਾਂਦੇ ਆ, ਕਿੱਦਾਂ ਉਹ ਮਤਲਬ ਕਲੋਲਾਂ ਕਰਦੇ ਭੱਜੇ ਫਿਰਦੇ ਆ। ਪਰ ਜਦੋਂ ਫੜਦੇ ਆ ਨਾ, ਉਹਨੂੰ ਇੱਕ ਨਿੱਕਾ ਜਿਹਾ ਬਰਤਨ ਲੈਂਦੇ, ਉਹਦਾ ਮੂੰਹ ਬੜਾ ਤੰਗ ਹੁੰਦਾ, ਉਹ 'ਚ ਚਣੇ ਪਾ ਦਿੰਦਾ ਹੈ ਜਿਹੜਾ ਫੜਨ ਵਾਲਾ ਹੈ, ਅਤੇ ਉਹਨੂੰ ਜ਼ਮੀਨ 'ਚ ਨੱਪ ਦਿੰਦਾ। ਬਾਂਦਰ ਭੱਜਾ ਆਉਂਦਾ ਹੈ, ਆਣ ਕੇ ਉਹਦੇ ਵਿੱਚ ਹੱਥ ਪਾ ਦਿੰਦਾ। ਹੁਣ ਕੁਦਰਤੀ ਗੱਲ ਹੈ, 4 ਦਾਣੇ ਆਉਣ ਕਰਕੇ ਮਾੜਾ ਜਿਹਾ ਹੱਥ ਫੁੱਲਦਾ, ਬਾਹਰ ਹੱਥ ਕੱਢਦਾ ਅਤੇ ਨਿਕਲਦਾ ਨਹੀਂ। ਉਹ ਉਸੇ ਲਾਲਚ ਕਰਕੇ ਹੁਣ ਜੇ ਤੇ ਮਾੜਾ ਮੋੜ, ਹੁਣ ਹੈ ਤੇ ਜਾਨਵਰ ਸੀ ਨਾ, ਜੇ ਮਾੜਾ ਮੋੜ ਦਿਮਾਗ ਕੰਮ ਕਰਦਾ ਵੀ 4 ਦਾਣਿਆਂ ਕਰਕੇ ਤੂੰ ਆਪਣੇ ਗਲ 'ਚ ਪਟਾ ਪਵਾ ਬਹਿਣਾ ਹੈ, ਪਰ ਬਾਂਦਰ ਸੀ, ਜਾਨਵਰ ਸੀ, ਉਹ ਉਸੇ ਖੇਡ 'ਚ ਲੱਗਾ ਰਿਹਾ। ਹੁਣ ਜਿਹਨੇ ਉਹ ਬਰਤਨ ਨੱਪਿਆ ਸੀ, ਉਹਨੇ ਹੌਲੀ ਕਿਤੇ ਨਹੀਂ ਆਣ ਕੇ ਗਲ 'ਚ ਪਟਾ ਪਾਤਾ। ਭਗਤ ਕਬੀਰ ਜੀ ਨੂੰ ਕਹਿਣਾ ਪਿਆ ਮਰਕਟ ਕਹਿੰਦੇ ਬਾਂਦਰ ਨੂੰ, ਮਰਕਟ ਮੁਸ਼ਟੀ ਕਹਿੰਦੇ ਇੱਕ ਮੁੱਠ ਨੂੰ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ, ਛੂਟਣ ਕੋ ਸੈਂਸਾ ਭਰਿਆ ਮਨ ਬੌਰਾ ਰੇ, ਤੇ ਨਾਚਿਓ ਘਰ ਘਰ ਬਾਰ। 4 ਦਾਣਿਆਂ ਕਰਕੇ ਗਲ 'ਚ ਪਟਾ ਪਾ ਲਿਆ, ਅਤੇ ਅੱਜ ਘਰ ਘਰ ਬਾਰ ਦਾ ਅਰਥ ਦਰਵਾਜ਼ਾ। ਕੱਲੇ ਦਰਵਾਜ਼ੇ 'ਤੇ ਉਹਨੂੰ ਉਸ ਲਾਲਚ ਕਰਕੇ ਡਾਂਸ ਕਰਨਾ ਪਿਆ, ਨੱਚਣਾ ਪਿਆ। ਪਾਵੋ ਦੀ ਆਜ਼ਾਦੀ ਖੂਹ 'ਚ ਪੈ ਗਈ। ਹੁਣ ਇੱਕ ਤਾਂ ਬਾਂਦਰ ਦੀ ਗੱਲ ਨਹੀਂ ਹੋ ਰਹੀ, ਗੱਲ ਬੰਦੇ ਦੇ ਮਨ ਦੀ ਹੋ ਰਹੀ ਹੈ ਵੀ ਬੰਦੇ ਦੇ ਜਿਹੜੇ ਚਸਕੇ ਆ ਨਾ, ਇਹੋ ਇਹਨੂੰ ਪਸਾਉਂਦੇ। ਮਾਇਆ ਜਾਲ ਪਸਾਰਿਆ, ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨਾ ਪਾਏ ਮਾਏ। ਤੂੰ ਕਿੰਨੇ ਪਿਆਰੇ ਸ਼ਬਦ ਵਰਤੇ ਨੇ ਇੱਥੇ। ਹਾਥੀ ਕਿੰਨਾ ਤਾਕਤਵਰ ਹੈ, ਉਹਦੇ ਅੰਦਰ ਵੀ ਤੇ ਕਾਂ ਵਾਸ਼ਨਾ ਹੋਣ ਕਰਕੇ ਤੇ ਉਹ ਇੱਕ ਬੰਦੇ ਦੇ ਅਧੀਨ ਆ ਜਾਂਦਾ। ਕਾਲਪੂਸਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸਵਾਏ ਗੱਜ ਬਸ ਪਰੇ ਮਨ ਬੌਰਾ ਰੇ, ਤੇ ਅੰਕਸ ਸਹਿਓ ਸੀਸ, ਉਹ ਆਪਣੇ ਸੀਸ ਤੇ। ਨਹੀਂ ਤੇ ਬੰਦੇ ਦੀ ਕੀ ਮਜਾਲ ਹੈ ਹਾਥੀ ਦੇ ਲਾਗੇ ਆ ਜਾਏ। ਉਹ ਹਾਥੀ ਜੰਗਲ ਵਾਲਾ ਕਿੱਦਾਂ ਦਰਖਤ ਪਟ ਕੇ ਸੁੱਟਦਾ। ਅੱਜ ਇੱਕ ਮੁਹਾਵਤ ਮੜੂਆ ਜਿਹਾ ਉਹਦੇ ਸਿਰ 'ਤੇ ਬਿਠਾ, ਇੱਧਰੋਂ ਕੁੰਡਾ ਮਾਰਦਾ, ਹਾਥੀ ਇਹਨੂੰ ਮੁੜ ਜਾਂਦਾ। ਕਿਤੇ ਉਹਦੇ ਕੋਲ ਤਾਕਤ ਮੁੱਕ ਗਈ, ਤਾਕਤ ਹੈਗੀ ਹੈ, ਪਰ ਉਹਦੀਆਂ ਉਸ ਵਾਸ਼ਨਾਵਾਂ ਨੇ ਇੱਕ ਬੰਦੇ ਦੇ ਨੂੰ ਅਧੀਨ ਕਰਤਾ। ਯਾਨੀ ਕਿ ਅੰਦਰ ਕੋਈ ਨਾ ਕੋਈ ਕਮਜ਼ੋਰੀ ਸੀ ਨਾ। ਹੁਣ ਪ੍ਰਮਾਤਮਾ 'ਚ ਜੇ ਇੱਕ ਚੀਜ਼ਾਂ ਦੀ ਕਮਜ਼ੋਰੀ ਹੁੰਦੀ ਤੇ ਫਿਰ ਦੁਨੀਆਵੀ ਲੋਕਾਂ ਨੇ ਉਹਨੂੰ ਰੁਝਾ ਲੈਣਾ ਸੀ। ਬੜੀ ਪਿਆਰੀ ਗੱਲ ਜਿਵੇਂ ਇੱਥੇ ਸ਼ਬਦ ਗੁਰੂ ਨਾਨਕ ਸਾਹਿਬ ਨੇ ਵਰਤਿਆ ਵੀ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ, ਤਿਲ ਜਿੰਨਾ ਵੀ ਲਾਲਚ ਨਹੀਂ। ਉਹਦੀ ਬਖਸ਼ਿਸ਼ ਲੈਣ ਲਈ ਜੇ ਉਹਦੇ ਅੰਦਰ ਲਾਲਚ, ਲੋਕ ਧੱਕੇ ਨਾਲ ਬਖਸ਼ਿਸ਼ਾਂ ਨਾ ਉਹਦੇ ਕੋਲੋਂ ਲੈ ਜਾਂਦੇ। ਅਤੇ
ਤੇ ਪਾਤਸ਼ਾਹ ਇੱਥੇ ਜਿਹੜੀ ਗੱਲ ਕਰਦੇ ਤਿਲ ਨਾ ਤਮਾਏ। ਭਾਈ ਗੁਰਦਾਸ ਜੀ ਨੇ 5-6 ਉਦਾਹਰਨਾਂ ਦਿੱਤੀਆਂ ਇਸ ਸੰਬੰਧ ਵਿੱਚ। ਕਹਿੰਦੇ ਰੂਪ ਕਹਿ ਜੋ ਰੀਝੈ ਰੂਪਵੰਤ ਹੀ ਰਜਾਈ ਲੈ। ਕਹਿੰਦੇ ਜੇ ਕਿਤੇ ਉਹ ਕਿਸੇ ਰੂਪ ਤੇ ਰੀਝਦਾ ਹੁੰਦਾ ਨਾ, ਤੇ ਜਿੰਨੇ ਦੁਨੀਆ ਤੇ ਸੋਹਣੇ ਸੁਨੱਖੇ ਲੜਕੇ ਲੜਕੀਆਂ ਨੇ, ਫਿਰ ਤੇ ਉਹਨਾਂ ਨੇ ਆਪਣੇ ਰੂਪ ਨੂੰ ਵਿਖਾ ਕੇ ਉਹਨੂੰ ਰੁਝਾ ਲੈਣਾ ਸੀ, ਖੁਸ਼ ਕਰਨਾ ਸੀ ਕਿ ਵੀ ਆ ਮੈਂ ਆਪਣੇ ਵੱਸ ਵਿੱਚ ਕਰਨਾ, ਮੇਰਾ ਰੂਪ ਬੜਾ ਸੋਹਣਾ, ਮੈਂ ਤੇ ਬਹੁਤ ਸੁਨੱਖਾ, ਮੈਂ ਤੇ ਬੜੀ ਸੋਹਣੀ ਆ, ਮੈਂ ਤੇ ਉਹਨੂੰ ਆਪਣੇ ਵੱਲ ਮੋਹਤ ਕਰ ਲੈਣਾ। ਜੇ ਉਹ ਰੂਪ ਵੇਖ ਕੇ ਖੁਸ਼ ਹੁੰਦਾ ਤੇ ਕਹਿੰਦੇ ਰੂਪ ਕਹਿ ਜੋ ਰੀਝੈ ਰੂਪਵੰਤ ਹੀ ਰਜਾਈ ਲੈ। ਕਹਿੰਦੇ ਜੇ ਰੂਪ ਕਰਕੇ ਰੀਝਦਾ ਹੁੰਦਾ ਤੇ ਫਿਰ ਦੁਨਿਆਵੀ ਜਿੰਨੇ ਸੋਹਣੇ ਸੁਨੱਖੇ ਨੇ ਉਹਨਾਂ ਨੇ ਆਪਣੇ ਵੱਲ ਪਰਮਾਤਮਾ ਨੂੰ ਖਿੱਚ ਲੈਣਾ ਸੀ, ਭਾਵ ਧੱਕੇ ਨਾਲ ਉਹਦੀ ਬਖਸ਼ਿਸ਼ ਆਪਣੇ ਵੱਲ ਲੈ ਜਾਣੀ ਸੀ। ਤੇ ਅੱਗੇ ਕਹਿੰਦੇ ਨੇ ਬਲ ਕਹਿ ਜੋ ਰੀਝੈ। ਕਹਿੰਦੇ ਜੇ ਕਿਤੇ ਬਲ, ਕਹਿੰਦੇ ਤਾਕਤ ਨੂੰ, ਜੇ ਕਿਤੇ ਤਾਕਤ ਦੇ ਨਾਲ ਉਹ ਰੀਝਦਾ ਹੁੰਦਾ ਤੇ ਬਲਵੰਤ ਗਹਿ ਰਾਖੀ। ਬਲਵੰਤ ਤਾਕਤਵਰ ਬੰਦੇ, ਜਿਹੜੇ ਬਲ ਵਾਲੇ, ਜਿਨ੍ਹਾਂ ਕੋਲ ਸ਼ਕਤੀ ਬੜੀ ਹੈ, ਜਿਹੜੇ ਬਹੁਤ ਵੱਡੇ ਲੜਾਕੇ ਨੇ, ਜਿਹੜੇ ਜਿਨ੍ਹਾਂ ਕੋਲ ਬੜੀ ਮਿਹਨਤ ਹੈ, ਉਹ ਸੰਸਾਰ ਦੇ ਬੰਦਿਆਂ ਨੇ ਆਪਣੀ ਤਾਕਤ ਦੇ ਨਾਲ ਉਹਨੂੰ ਆਪਣੇ ਵਸ ਵਿੱਚ ਕਰ ਲੈਣਾ ਸੀ। ਕਹਿੰਦੇ ਬਲ ਕਹਿ ਜੋ ਮਿਲੈ ਬਲਵੰਤ ਗਹਿ ਰਾਖੀ। ਜਿਹੜੇ ਤਾਕਤਵਰ ਬੰਦੇ ਆ ਉਹਨਾਂ ਨੇ ਆਪਣੇ ਵਸ ਵਿੱਚ ਕਰ ਲੈਣਾ ਸੀ। ਕਹਿੰਦੇ ਦਰਬ ਕਹਿ ਜੋ ਪਾਈਐ। ਜੇ ਕਿਤੇ ਪੈਸੇ ਦੇ ਬਲ ਬੂਤੇ ਮਿਲਦਾ, ਹੁਣ ਜਿਨ੍ਹਾਂ ਲੋਕਾਂ ਕੋਲ ਪੈਸਾ ਬਹੁਤ ਹੈ, ਕਹਿੰਦੇ ਦਰਵੇਸ਼ਵਰ ਲੈ ਜਾਏ, ਤਾਂ ਹੀ ਪੈਸੇ ਵਾਲੇ ਲੋਕਾਂ ਨੇ ਉਹਨੂੰ ਆਪਣੇ ਪੈਸੇ ਦੇ ਬਲ ਬੂਤੇ ਆਪਣੇ ਵਸ ਵਿੱਚ ਕਰ ਲੈਣਾ ਸੀ। ਹੁਣ ਇਹ ਗੱਲਾਂ ਨਾਲ ਨਾਲ ਜੋੜੀ ਜਾਇਓ। ਜੇ ਇੱਕ ਬੰਦਾ 1 ਰੁਪਈਆ ਦੇਣ ਵਾਲਾ ਹੈ ਤੇ ਕਈ ਸੋਨੇ ਦੀਆਂ ਪਾਲਕੀਆਂ ਬਣਾਉਣ ਵਾਲੇ ਵੀ ਹੈਗੇ, ਫਿਰ ਤਾਂ ਸੋਨੇ ਦੀਆਂ ਪਾਲਕੀਆਂ ਬਣਾਉਣ ਵਾਲੇ ਬੰਦਿਆਂ ਨੇ ਆਪਣੇ ਵਸ ਵਿੱਚ ਕਰ ਲੈਣਾ ਸੀ ਵੀ ਸਾਡੇ ਕੋਲ ਪੈਸਾ ਬੜਾ। ਸਾਡੇ ਦੇ ਇਹੋ ਜਿਹੇ ਬੰਦੇ ਵੀ ਹੈਗੇ ਆ ਜਿਹੜੇ ਪੂਰੀ ਸੇਵਾ ਕਰਨ ਦਾ ਦਾਅਵਾ ਕਰਨ ਵਾਲੇ। ਮੈਂ ਨਹੀਂ ਕਹਿੰਦਾ ਵੀ ਇਹ ਚੀਜ਼ਾਂ, ਪਰ ਨਾਲ ਇਹ ਵੀ ਵੇਖ ਕੇ ਜੇ ਇਹ ਚੀਜ਼ਾਂ ਨਾਲ ਰੀਝਦਾ ਹੁੰਦਾ ਨਾ, ਤੇ ਫਿਰ ਤੇ ਅਮੀਰ ਲੋਕਾਂ, ਫਿਰ ਤੇ ਭਗਤ ਰਵਿਦਾਸ, ਭਗਤ ਧੰਨਾ ਜੀ, ਭਗਤ ਕਬੀਰ ਜੀ ਵਰਗੇ ਯੋਧਿਆਂ ਦੀ ਵਾਰੀ ਤੇ ਆਉਣੀ ਨਹੀਂ ਸੀ। ਆਰਥ ਪੱਖੋਂ ਤਾਂ ਰਾਜਿਆਂ ਮਹਾਰਾਜਿਆਂ ਦੇ ਮੁਕਾਬਲੇ ਥੋੜ੍ਹੇ ਸੀ, ਪਰ ਅਧਿਆਤਮਿਕ ਤੌਰ 'ਤੇ ਜਿੰਨੇ ਉਹ ਅਮੀਰ ਸੀ, ਸ਼ਾਇਦ ਕੋਈ ਵੀ ਰਾਜਾ ਉਹਨਾਂ ਦਾ ਮੁਕਾਬਲਾ ਨਾ ਕਰ ਪਾਉਂਦਾ। ਤਾਂ ਇਹ ਗੱਲ ਧਿਆਨ ਰੱਖਣ ਦੀ ਲੋੜ ਹੈ। ਪਰ ਅੱਜ ਵੀ ਤੁਸੀਂ ਵੇਖੋ ਕਈ ਵਾਰੀ ਸੋਨੇ ਦੀਆਂ ਪਾਲਕੀਆਂ ਦੇ ਕੇ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੋਨੇ ਦੇ ਛਤਰ ਚੜ੍ਹਾ ਕੇ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸ਼ਾਇਦ ਇਹ ਬਖਸ਼ਿਸ਼ ਦਾ ਪਾਤਰ ਬਣ ਜਾਏ। ਤਾਂ ਜਿਸ ਕਰਮ ਕਾਂਡ 'ਚੋਂ ਗੁਰੂ ਨਾਨਕ ਸਾਹਿਬ ਸਾਨੂੰ ਕੱਢ ਕੇ ਗਏ, ਗੁਰਦੁਆਰਿਆਂ ਵਿੱਚ ਅੱਜ ਉਸੇ ਤਰ੍ਹਾਂ ਹੀ ਕਰਮ ਕਾਂਡ ਹੋ ਰਹੇ ਨੇ। ਜੇ ਕੋਈ 5 ਰੁਪਏ ਮੱਥਾ ਟੇਕਦਾ ਉਹਨੂੰ ਵਹਿੰਦਾ ਕੋਈ ਨਹੀਂ, ਜੇ ਕੋਈ 100 ਤੋਂ ਉੱਪਰ ਟੇਕਦਾ ਉਹਨੂੰ ਨਾਲ ਸਰੋਪੇ, ਨਾਲ ਮਿਸ਼ਰੀਆਂ, ਨਾਲ ਪਤਾਸੇ, ਨਾਲ ਸਰੋਪੇ, ਇੱਦਾਂ ਉਹਨਾਂ ਨੂੰ ਦਿਸ਼ਾਲੇ ਦਿੱਤੇ ਜਾਂਦੇ ਨੇ। ਬੰਦਾ ਉਹੀ, ਮਤਲਬ ਇਹਦਾ ਅਰਥ ਵਾ ਵੀ ਜੇ ਉਹ ਬੰਦਾ ਪੈਸੇ ਵੱਧ ਦੇ ਦੇਵੇ ਤਾਂ ਉਹਦਾ ਮਾਣ ਸਨਮਾਨ ਵੱਖਰਾ ਹੈ। ਕਿ ਗੁਰੂ ਸਾਹਿਬ ਇੱਦਾਂ ਕਰਦੇ ਹੋਣਗੇ ਪੁਰਾਤਨ ਸਮੇਂ ਜਦੋਂ ਗੁਰੂ ਸਾਹਿਬ ਦੇ ਕੋਲ ਕੋਈ ਸਿੱਖ ਆਉਂਦਾ ਹੋਏਗਾ ਤੇ ਗੁਰੂ ਸਾਹਿਬ ਇੱਦਾਂ ਕਰਦੇ ਹੋਣਗੇ? ਤਾਂ ਸਾਰਾ ਕੁਝ ਮਲੀਆ ਮੇਟ ਜਿਨ੍ਹਾਂ ਗੱਲਾਂ ਤੋਂ ਗੁਰਬਾਣੀ ਰੋਕਦੀ ਹੈ, ਕਿਉਂਕਿ ਪਤਾ ਸੀ ਉਹ ਬੜਾ ਚਾਲਬਾਜ਼ ਸੀ, ਉਹਨੂੰ ਪਤਾ ਸੀ ਵੀ ਇਹਨਾਂ ਬਾਣੀ ਖੁਦ ਪੜ੍ਹੀ ਨਹੀਂ, ਨਾ ਇਹਨਾਂ ਕੋ ਇਤਿਹਾਸ ਆ ਪੜ੍ਹਨਾ, ਨਾ ਬਾਣੀ ਦੀ ਵਿਚਾਰ ਕਰਨੀ ਹੈ। ਅਗਲਿਆਂ ਸਾਰਾ ਕੁਝ ਰਲ ਗੜ ਸਾਡੇ ਵਿੱਚ ਲਿਆ ਕੇ ਉਹ ਕਰ ਦਿੱਤਾ। ਤਾਂ ਫਿਰ ਗੱਲ ਨੂੰ ਸਮਝਿਓ, ਜੇ ਪੈਸੇ ਦੇ ਬਲ ਬੂਤੇ ਮਿਲਦਾ ਹੁੰਦਾ ਤਾਂ ਜਿਹੜੇ ਅਮੀਰ ਲੋਕ ਨੇ ਉਹਨਾਂ ਨੇ ਆਪਣੇ ਪੈਸੇ ਦੇ ਬਲ ਨਾਲ ਉਹਨੂੰ ਆਪਣੇ ਵਸ ਵਿੱਚ ਕਰ ਲੈਣਾ ਸੀ ਤੇ ਉਹਦੀ ਬਖਸ਼ਿਸ਼ ਦੇ ਪਾਤਰ ਧੱਕੇ ਨਾਲ ਬਣ ਜਾਣਾ ਸੀ। ਤਾਂ ਅੱਗੇ ਕਹਿੰਦੇ ਕਵਿਤਾ ਕਹਿ ਜੋ ਪਾਈਏ। ਜੇ ਕਿਤੇ ਕਵਿਤਾਵਾਂ 'ਤੇ ਖੁਸ਼ ਹੋ ਕੇ ਮਿਲਦਾ ਹੁੰਦਾ ਵੀ ਕਵਿਤਾਵਾਂ, ਮੈਂ ਕਵਿਤਾ ਗਾਵਾਂ ਉਹਦੇ ਸਾਹਮਣੇ, ਇੱਦਾਂ ਤਰ੍ਹਾਂ ਦੀਆਂ ਕਵਿਤਾਵਾਂ ਬਣਾ ਕੇ ਗਾਵਾਂ ਵੀ ਆਹ ਕਵਿਤਾ ਗਾਵਾਂ ਇੱਦਾਂ ਖੁਸ਼ ਕਰ ਲੂੰ, ਆਹ ਕਵਿਤਾ ਗਾਵਾਂ ਇੱਦਾਂ ਖੁਸ਼ ਕਰ ਲੂੰ। ਕਹਿੰਦੇ ਕਵਿਤਾ ਕਹਿ ਜੋ, ਕਵਿਤਾ ਦਾ ਅਰਥ ਕੀ ਹੈ? ਕਵਿਤਾ। ਕਹਿੰਦੇ ਜੇ ਕਿਤੇ ਕਵਿਤਾ ਦੇ ਨਾਲ ਖੁਸ਼ ਹੁੰਦਾ ਹੋਵੇ ਤੇ ਕਵੀਸ਼ਵਰ ਅਭਿਲਾਖੇ, ਫਿਰ ਤੇ ਜਿਹੜੇ ਕਵਿਤਾਵਾਂ ਗਾਉਣ ਵਾਲੇ ਵੱਡੇ ਵੱਡੇ ਕਵੀ ਲੋਕ ਨੇ ਉਹਨਾਂ ਨੇ ਆਪਣੇ ਵਸ ਵਿੱਚ ਕਰਨਾ, ਫਿਰ ਤੇ ਆਮ ਬੰਦੇ ਦੀ ਪਹੁੰਚ ਤੋਂ ਪਰੇ ਹੋਣਾ ਸੀ। ਆਮ ਬੰਦੇ ਨਾਲ ਤੇ ਉਹਦੀ ਗੱਲਬਾਤ ਹੀ ਨਹੀਂ ਹੋਣੀ ਸੀ। ਆਮ ਬੰਦੇ ਦੇ ਪਹੁੰਚ ਵਿੱਚ ਤਾਂ ਉਹ ਮਾਲਕ ਕਦੀ ਹੋ ਹੀ ਨਹੀਂ ਸਕਦਾ ਜੇ ਕਿਤੇ ਕਵਿਤਾਵਾਂ ਗਾਉਣ ਵਾਲੇ ਦੇ ਉੱਤੇ ਉਹ ਪ੍ਰਸੰਨ ਹੁੰਦਾ ਤੇ ਕਵਿਤਾਵਾਂ ਵਾਲੇ ਆਪਣੇ ਧੱਕੇ ਨਾਲ ਉਹਨੂੰ ਆਪਣੇ ਵਸ ਵਿੱਚ ਕਰ ਲੈਂਦੇ। ਫਿਰ ਅੱਗੇ ਬਖਸ਼ਿਸ਼ ਕਰਦੇ ਆ, ਕਹਿੰਦੇ ਜੋਗ ਕਹਿ ਜੋ ਪਾਈਐ ਜੋਗੀ ਜਟਾ ਮੈਂ ਦੁਰਾਏ ਰੱਖੈ। ਜੇ ਕਿਤੇ ਜੋਗ ਸਾਧਨਾ ਨਾਲ ਮਿਲਦਾ ਹੁੰਦਾ ਤੇ ਫਿਰ ਜੋਗੀ ਲੋਕਾਂ ਤੇ ਆਪਣੀਆਂ ਜੜਾਵਾਂ 'ਚ ਲੁਕੋ ਲੈਣਾ ਸੀ ਉਹਨੂੰ। ਆਮ ਬੰਦੇ ਨੂੰ ਕਿੱਥੇ ਮਿਲਣਾ ਸੀ? ਆਮ ਬੰਦੇ ਦੀ ਪਹੁੰਚ ਤੋਂ ਤੇ ਪਰੇ ਹੋਣਾ ਸੀ। ਜੋਗ ਕਹਿ ਜੋ ਪਾਈਐ ਜੋਗੀ ਜਟਾ ਮੈਂ ਦੁਰਾਏ ਰੱਖੈ। ਕਹਿੰਦੇ ਭੋਗ ਕਹਿ ਜੋ ਪਾਈਐ ਭੋਗੀ ਭੋਗ ਰਸ ਚਾਖੇ। ਤੇ ਜਿਹੜੇ ਭੋਗੀ ਲੋਕ ਵਾ, ਜੇ ਕਿਤੇ ਭੋਗ ਦੁਆਰਾ ਮਿਲਦਾ ਹੁੰਦਾ, ਚਸਕਿਆਂ ਨਾਲ ਮਿਲਦਾ ਹੁੰਦਾ, ਤੇ ਭੋਗੀ ਲੋਕਾਂ ਨੇ ਚਸਕਿਆਂ ਦੁਆਰਾ ਹੀ ਉਹਨੂੰ ਪ੍ਰਾਪਤ ਕਰ ਲੈਣਾ ਸੀ। ਤੇ ਅਖੀਰ ਤੇ ਜਿਹੜੇ ਸ਼ਬਦ ਵਰਤੇ ਭਾਈ ਗੁਰਦਾਸ ਜੀ ਨੇ, ਕਹਿੰਦੇ ਨਿਗਰਹਿ ਪਾਨ। ਨਿਗਰਹਿ ਦਾ ਅਰਥ ਕੀ ਹੈ? ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕਣ ਵਾਸਤੇ ਤੁਸੀਂ ਬਾਹਰਲੇ ਜਿਹੜੇ ਸਰੀਰ ਦੇ ਤਲ ਉੱਪਰ ਕਰਮ ਕਾਂਡ ਕਰਦੇ ਹੋ, ਇਹਨਾਂ 'ਚੋਂ ਕਿਸੇ ਵੀ ਕਰਮ ਕਾਂਡ ਦੁਆਰਾ ਉਹਨੇ ਤੁਹਾਨੂੰ ਨਹੀਂ ਮਿਲਣਾ। ਇੱਕੋ ਇੱਕ ਤਰੀਕਾ, ਪ੍ਰਾਣ ਪਾਤ ਏਕ ਸ਼ਬਦ ਏ ਗੁਰ ਸ਼ਬਦ ਸੁਭਾਖੇ ਹੀ, ਗੁਰੂ ਦੇ ਸ਼ਬਦ ਦੁਆਰਾ ਹੀ
ਤੁਸੀਂ ਉਹਦੀ ਬਖਸ਼ਿਸ਼ ਦੇ ਪਾਤਰ ਬਣ ਸਕਦੇ ਹੋ। ਤੋ ਇਹ ਉਦਾਹਰਨਾਂ ਦੇਣ ਦਾ ਅਰਥ ਪਤਾ ਕੀ ਸੀ ਵੀ ਜੇ ਕਿਤੇ ਧੱਕੇ ਨਾਲ ਇਹਨਾਂ ਕਰਮਾਂ ਦੇ ਨਾਲ ਇਹਨਾਂ ਕਰਮ ਕਾਂਡ ਨਿਭਾਉਣ ਦੇ ਨਾਲ ਉਹਦੀ ਬਖਸ਼ਿਸ਼ ਦੇ ਪਾਤਰ ਬਣਿਆ ਜਾਂਦਾ ਤੇ ਫਿਰ ਆਹ ਜਿਹੜੇ ਲੋਕਾਂ ਦਾ ਆਪਾਂ ਨਾਂ ਲਿਆ ਵੀ ਰੂਪ ਕੇ ਜੋ ਰਿਝੈ, ਜੇ ਕਿਤੇ ਉਹ ਸੁੰਦਰਤਾ ਤੇ ਰਿਝਦਾ ਹੁੰਦਾ ਤੇ ਸੁੰਦਰਤਾ ਦੇ ਜਿਹੜੇ ਸਰਮੋਰ ਲੋਕ ਨੇ ਉਹਨਾਂ ਨੇ ਤੇ ਆਪਣੇ ਵੱਸ ਵਿੱਚ ਕਰ ਲੈਣਾ ਸੀ, ਤੇ ਜੇਕਰ ਪੈਸੇ ਨਾਲ ਰਿਝਦਾ ਹੁੰਦਾ ਤੇ ਪੈਸੇ ਵਾਲਿਆਂ ਨੇ ਆਪਣੀ ਮੁੱਠੀ ਵਿੱਚ ਕਰ ਲੈਣਾ ਸੀ। ਤੋ ਜਾਨੀ ਕਿ ਧੱਕੇ ਨਾਲ ਤੁਸੀਂ ਉਹਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕਦੇ ਕਿਉਂਕਿ ਉਹਨੂੰ ਲਾਲਚ ਕੋਈ ਨਹੀਂ। ਤੋ ਫਿਰ ਜੇ ਲਾਲਚ ਨਹੀਂ ਤਾਂ ਫਿਰ ਇਹ ਤੋਂ ਗੱਲ ਸਮਝ ਆ ਗਈ ਵਾਰਸਰਾਫ ਉਹਦੇ ਘਰ ਸ਼ਬਦ ਕਿੱਦਾਂ ਹੋਣਗੇ ਵੀ ਸੁਖਣਾ ਵਾਲਾ ਸ਼ਬਦ ਕਿੱਥੋਂ ਆ ਗਿਆ ਵੀ ਆਹ ਚੀਜ਼ ਮਾਲਕ ਜੀ ਮੈਂ ਸੁਖਣਾ ਸੁਖੀ ਹੈ। ਤੋ ਜਾਨੀ ਕਿ ਜੇ ਲਾਲਚ ਹੋਏਗਾ ਤਾਂ ਤੁਹਾਡੀ ਸੁਖਣਾ ਪੂਰੀ ਕਰੇਗਾ। ਜਦੋਂ ਉਹਨੂੰ ਲਾਲਚ ਹੀ ਕੋਈ ਨਹੀਂ ਤਾਂ ਤੁਹਾਡੀ ਸੁਖਣਾ ਕਿੱਦਾਂ ਪੂਰੀ ਕਰੇਗਾ। ਉੱਥੇ ਤਾਂ ਅਰਦਾਸ ਚੱਲਣੀ ਹੈ, ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਬਹਾਲੇ ਪਾਸ। ਤੋ ਪਾਤਸ਼ਾਹ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ, ਉਹ ਐਡੀ ਵੱਡੀ ਬਖਸ਼ਿਸ਼ ਦਾ ਮਾਲਕ ਹੈ ਵੀ ਉਹਨੂੰ ਤੁਸੀਂ ਲਿਖਤ ਵਿੱਚ ਨਹੀਂ ਲਿਆ ਸਕਦੇ। ਭਾਵ ਉਹਦੀ ਬਖਸ਼ਿਸ਼ ਨੂੰ ਤੁਸੀਂ ਇੱਦਾਂ ਕਲਮ ਦੁਆਰਾ ਲਿਖਣ ਲੱਗੋ ਤੇ ਨਹੀਂ ਹੋ ਸਕਦਾ। ਕਹਿੰਦੇ ਵੱਡਾ ਦਾਤਾ ਤਿਲ ਨਾ ਤਮਾਏ, ਉਹ ਐਡੀ ਵੱਡੀ ਬਖਸ਼ਿਸ਼ ਦਾ ਮਾਲਕ ਹੈ, ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ, ਤਿਲ ਜਿੰਨਾ ਵੀ ਉਹਨੂੰ ਲਾਲਚ ਨਹੀਂ ਹੈ। ਤੋ ਅੱਗੇ ਬਖਸ਼ਿਸ਼ ਕਰਦੇ ਨੇ ਪਿਆਰੇ, ਜਿਹੜੀ ਕਿੰਨੀ ਪਿਆਰੀ ਵਿਚਾਰ ਸਾਨੂੰ ਬਖਸ਼ਿਸ਼ ਕੀਤੀ। ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੇ ਜੋਧ ਅਪਾਰ। ਇਹ ਕਿੰਨੀ ਪਿਆਰੀ ਗੱਲ ਕੀ, ਕੇਤੇ ਮੰਗੇ ਜੋਧ ਅਪਾਰ। ਕਿੰਨੇ ਕਿੰਨੇ ਤਾਕਤਵਰ ਯੋਧੇ ਕਹਿੰਦੇ ਉਹਦੀ ਬਖਸ਼ਿਸ਼ ਮੰਗਦਿਆਂ ਮੰਗਦਿਆਂ ਥੱਕ ਗਏ। ਹੁਣ ਤੁਸੀਂ ਵੇਖੋ ਕਿੰਨੇ ਲੋਕ ਮੈਦਾਨੇ ਜੰਗ ਵਿੱਚ ਲੜਦੇ ਨੇ, ਉਹ ਸੋਚਦੇ ਵੀ ਲੜਨ ਨਾਲ ਹੀ ਸ਼ਾਇਦ ਉਹਦੀ ਅਸੀਂ ਬਖਸ਼ਿਸ਼ ਦੇ ਪਾਤਰ ਬਣ ਜਾਣਾ, ਵੀ ਲੜਾਈ ਵੀ ਉਹਦੀ ਬਖਸ਼ਿਸ਼। ਤੁਸੀਂ ਵੇਖੋ ਵੱਖ-ਵੱਖ ਮੱਤਾਂ ਦੇ ਵਿੱਚ ਕਿੱਦਾਂ ਆਪਣੇ ਸਰੀਰ 'ਤੇ ਜ਼ਖਮ ਕਰ ਲੈਂਦੇ ਨੇ। ਤੁਸੀਂ ਕਈ ਬੰਦੇ ਨੰਗੇ ਪੈਰੀਂ ਸ਼ਰਧਾ ਵਸ ਹੋ ਕੇ ਤੁਰਦੇ ਨੇ ਤੇ ਪੈਰਾਂ 'ਚ ਛਾਲੇ ਹੋ ਜਾਂਦੇ ਨੇ ਵੀ ਸ਼ਾਇਦ ਬਖਸ਼ਿਸ਼ ਇੱਦਾਂ ਅਸੀਂ ਧੱਕੇ ਨਾਲ ਲੈ ਲਵਾਂ। ਕਹਿੰਦੇ ਕੇਤੇ ਮੰਗੇ ਜੋਧ ਅਪਾਰ ਤੇ ਕੇਤਿਆਂ ਗਣਤ ਨਹੀਂ ਵਿਚਾਰ। ਕਹਿੰਦੇ ਕਿੰਨੇ ਕਿਸਮ ਦੇ ਲੋਕ ਸੰਸਾਰ ਦੇ ਧੱਕੇ ਨਾਲ ਉਹਦੀ ਬਖਸ਼ਿਸ਼ ਲੈਣ ਵਾਸਤੇ ਵੱਖ-ਵੱਖ ਤਰੀਕੇ ਅਪਣਾ ਰਹੇ ਨੇ। ਕੇਤਿਆਂ ਗਣਤ ਨਹੀਂ ਵਿਚਾਰ, ਕਿੰਨੇ ਨੇ ਉਹਨਾਂ ਦੀ ਗਿਣਤੀ ਨਹੀਂ ਆਪਾਂ ਕਰ ਸਕਦੇ। ਭਾਵ ਬੇਅੰਤ ਨੇ, ਬੇਅੰਤ ਕਿਸਮ ਦੇ ਲੋਕ ਨੇ ਜਿਹੜੇ ਆਪਣੀ ਤਾਕਤ ਦੇ ਨਾਲ, ਆਪਣੀ ਸੂਰਬੀਰਤਾ ਦੇ ਨਾਲ ਉਹਦੀ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰ ਰਹੇ ਨੇ। ਤੋ ਪਾਤਸ਼ਾਹ ਕਹਿੰਦੇ ਨੇ ਕੇਤੇ ਮੰਗੇ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ ਤੇ ਕੇਤੇ ਖੱਪ ਟੁੱਟੇ ਵੇਕਾਰ। ਕਿੰਨੇ ਲੋਕ ਖੱਪ ਖੱਪ ਕੇ ਟੁੱਟ ਗਏ। ਭਾਵ ਇਹ ਟੁੱਟਣੇ ਹੁੰਦਾ, ਜਿਹੜੇ ਲੋਕ ਕਸ਼ਟ ਸਹਿ ਰਹੇ ਨੇ ਆਤਮਿਕ ਤੌਰ 'ਤੇ, ਉਹ ਅੰਦਰੋਂ ਵਿਕਾਰਾਂ ਦੇ ਨਾਲ ਜੰਗ ਕਰਨ ਦੀ ਬਜਾਏ ਸਰੀਰ ਨੂੰ ਕਸ਼ਟ ਦੇ ਰਹੇ ਨੇ, ਅਖੀਰ ਥੱਕ ਜਾਂਦੇ, ਹੰਬ ਜਾਂਦੇ ਆ, ਉਹਨਾਂ ਨੂੰ ਮਿਲਦਾ ਕੱਖ ਵੀ ਨਹੀਂ। ਜਿਵੇਂ ਪਾਣੀ 'ਚ ਮਧਾਣੀ ਪਾਉਣ ਵਾਲੀ ਗੱਲ ਹੈ, ਵਿੱਚੋਂ ਨਿਕਲਿਆ ਕੱਖ ਵੀ ਨਹੀਂ। ਤੋ ਬੜੇ ਯਤਨ, ਕੇਤੇ ਖੱਪ ਟੁੱਟੇ ਵਿਕਾਰ। ਕਿੰਨੇ ਲੋਕ ਖੱਪ ਗਏ, ਟੁੱਟ ਗਏ। ਕਿੰਨੀ ਭੱਜ ਨੱਸ ਕੀਤੀ ਬਖਸ਼ਿਸ਼ ਦਾ ਪਾਤਰ ਲੈਣ ਵਾਸਤੇ, ਸਗੋਂ ਮਿਲਣਾ ਤੇ ਕੀ ਸੀ, ਉਲਟਾ ਆਪਣਾ ਨੁਕਸਾਨ ਕਰਾ ਕੇ ਬੈਠ ਗਏ, ਪ੍ਰਾਪਤੀ ਕੁਝ ਨਹੀਂ ਹੋਈ। ਕੇਤੇ ਮੰਗੇ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟੇ ਵੇਕਾਰ। ਤੇ ਅੱਗੇ ਪਾਤਸ਼ਾਹ ਕਹਿੰਦੇ ਕੇਤੇ ਲੈ ਲੈ ਮੁਕਰ ਪਾਹੇ। ਕਿੰਨੇ ਲੋਕ ਨੇ ਜਿਹੜੇ ਲੈ ਲੈ ਕੇ ਮੁਕਰ ਜਾਂਦੇ। ਹੁਣ ਲੈ ਕੇ ਮੁਕਰਨ ਦਾ ਕੀ ਭਾਵ ਹੈ? ਯਾਨੀ ਕਿ ਇੱਦਾਂ ਦੇ ਵਿਅਕਤੀ ਵੀ ਹੈਗੇ ਸੰਸਾਰ 'ਤੇ ਜਿਹੜੇ ਕਣਕ 4 ਮਣ ਵੱਧ ਝਾੜ ਨਿਕਲ ਆਏ ਤੇ ਇੱਦਾਂ ਕਹਿਣਗੇ ਬੜੀ ਰੱਬ ਦੀ ਕਿਰਪਾ ਜੀ, ਆਹਾ ਹਾ ਹਾ, ਪਰ ਮਾਲਕਾਂ ਨੇ ਕਿਰਪਾ ਕਰਤੀ, ਮਾਲਕ ਨੇ ਬਹੁਤ ਬਖਸ਼ਿਸ਼ ਬੇਅੰਤ ਕੀਤੀ, 4 ਮਣ ਦਾਣੇ ਵੱਧ ਆ ਗਏ ਤੇ ਰੱਬ ਦੀ ਕਿਰਪਾ। ਤੇ ਜਿਹਦੇ 4 ਮਣ ਦਾਣੇ ਘੱਟ ਆਏ ਉਹਦੇ ਤੇ ਰੱਬ ਦੀ ਕਿਰਪਾ ਨਹੀਂ, ਬਲਕਿ ਇਹ ਬਹੁਤ ਗੱਲਾਂ ਤੁਹਾਡੇ ਆਪਣੇ ਵਾਸਤੇ। ਤੁਸੀਂ ਖਾਦ ਸ਼ਾਇਦ ਜਿਹੜੇ ਟਾਈਮ ਪਾਣੀ ਚਾਹੀਦਾ ਸੀ ਉਹ ਪਾਣੀ ਨਹੀਂ ਦੇ ਪਾਏ, ਜਦੋਂ ਖਾਦ ਚਾਹੀਦੀ ਸੀ ਖਾਦ ਨਹੀਂ ਦੇ ਪਾਏ। ਪਰ ਅਸੀਂ ਕਣਕ ਨੂੰ ਚਲੋ ਮੰਨ ਲਓ, ਮੈਂ ਕਹਿੰਦਾ ਇਸ ਗੱਲ ਨਾਲ ਮੈਂ ਸਹਿਮਤ ਹਾਂ, ਚਲੋ ਮੰਨ ਲਓ ਬੜੀ ਰੱਬ ਦੀ ਕਿਰਪਾ ਜੀ ਯਾਰ ਕੀ ਕਣਕ ਦਾ ਝਾੜ ਚੰਗਾ ਨਿਕਲਿਆ, ਇੱਦਾਂ ਮੰਨ ਲਿਆ, ਠੀਕ ਹੈ ਕਿ ਇਹ ਤੇ ਹੁਣ ਤਾਂ ਸੰਤੁਸ਼ਟੀ ਹੋ ਗਈ ਹੈ। ਫਿਰ ਜਾ ਕੇ ਦੀਵਾ ਦਗਾਉਣ ਤੁਰ ਪੈਣਾ। ਹੁਣ ਕਿਰਪਾ ਕਿੱਥੇ ਗਈ ਆਪਣੀ? ਜੇ ਕਿਰਪਾ ਕਣਕ 'ਤੇ ਆਣ ਕੇ ਟਿਕ ਗਈ ਸੀ, ਹੁਣ 10 ਮਿੰਟਾਂ ਬਾਅਦ ਕਿਰਪਾ ਕਿੱਥੇ ਚਲੇਗੀ? ਫੇਰ ਕਿਸੇ ਬਾਬੇ ਦੇ ਪੈਰਾਂ 'ਤੇ ਮੱਥਾ ਟੇਕਦਾ। ਕਈ ਬੰਦੇ ਇੱਦਾਂ ਕਹਿਣਗੇ, ਧਿਆਨ ਨਾਲ ਸੁਣਿਓ, ਨੌਕਰੀ ਨਹੀਂ ਮਿਲਦੀ, ਨੌਕਰੀ ਮਿਲ ਗਈ ਚੰਗੀ, ਇੱਦਾਂ ਕਹਿੰਦੇ ਬੜੀ ਰੱਬ ਦੀ ਬੇਅੰਤ ਕਿਰਪਾ ਜੀ, ਬਹੁਤ ਵਧੀਆ ਮਾਲਕ ਨੇ ਨੌਕਰੀ ਦਿੱਤੀ ਹੈ। ਉਹਦਾ ਮਤਲਬ ਨੌਕਰੀ ਮਿਲਣੀ ਰੱਬ ਦੀ ਕਿਰਪਾ ਹੈ ਨਾ। ਚਲੋ ਆਪਾਂ ਇਸ ਗੱਲ ਨਾਲ ਸਹਿਮਤ ਹੋ ਗਏ। ਹੁਣ ਰੱਬ ਦੀ ਕਿਰਪਾ ਹੈ ਨਾ, ਹੁਣ ਰਿਸ਼ਵਤ ਕਿਉਂ ਲੈਣਾ? ਫਿਰ ਕੋਈ ਕਿਰਪਾ 'ਚ ਰਿਸ਼ਵਤ ਤੇ ਆਉਂਦੀ ਨਹੀਂ। ਠੱਗੀ ਕੋ ਮਾਰਦਾ ਜੋ ਤੈਨੂੰ ਨਾ 70-80 ਲੱਖ ਰੁਪਈਆ ਤਨਖਾਹ ਮਿਲ ਰਹੀ, ਹੁਣ ਜੇ ਤੂੰ ਨੌਕਰੀ ਨੂੰ ਕਿਰਪਾ ਮੰਨ ਚੁੱਕਾ ਹੈ ਤਾਂ ਰਿਸ਼ਵਤ ਕਿੱਥੋਂ ਆ ਗਈ? ਜੇ ਹੁਣ ਪੁੱਤਰ ਦਾ ਆਨੰਦ ਕਾਰਜ ਹੋ ਗਿਆ, ਆਪਾਂ ਇੱਦਾਂ ਬੜੀ ਰੱਬ ਦੀ ਕਿਰਪਾ ਜੀ ਪੁੱਤਰ ਦਾ ਆਨੰਦ ਕਾਰਜ ਹੋ ਗਿਆ, ਠੀਕ ਹੈ, ਪੁੱਤਰ ਦਾ ਆਨੰਦ ਕਾਰਜ ਹੋਣਾ ਰੱਬ ਦੀ ਕਿਰਪਾ ਹੈ ਨਾ, ਸਹਿਮਤ ਹੋ ਗਿਆ ਮੈਂ। 4 ਸਾਲਾਂ ਬਾਅਦ ਡਾਕਟਰ ਨੇ ਜਵਾਬ ਦਿੱਤਾ ਵੀ ਇਹ ਤੁਹਾਡੇ ਘਰ ਪੋਤਰਾ ਪੋਤਰੀ ਨਹੀਂ ਹੋ ਸਕਦੇ। ਹੁਣ ਕੋਈ ਦੂਜਾ ਵਿਆਹ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ,
ਕੋਈ ਤਰੀਕਾ ਅਪਣਾ ਰਿਹਾ, ਕੋਈ ਤਰੀਕਾ ਅਪਣਾ, ਹੁਣ ਬਖਸ਼ਿਸ਼ ਕਿੱਥੇ ਗਈ? ਇਹਦਾ ਮਤਲਬ ਅਸੀਂ ਬਖਸ਼ਿਸ਼ ਇੱਥੇ ਮੰਨ ਕੇ ਬੈਠੇ ਵੀ ਪੁੱਤਰ ਹੋ ਜਾਣਾ ਰੱਬ ਦੀ ਬਖਸ਼ਿਸ਼ ਹੈ, 4 ਮਣ ਦਾਣੇ ਵੱਧ ਨਿਕਲ ਆਏ ਰੱਬ ਦੀ ਬਖਸ਼ਿਸ਼ ਹੈ, ਗੱਡੀ ਲੈ ਲਈ, ਅੱਛਾ ਗੱਡੀ ਲੈਣ ਦੀ ਬੜੀ ਰੱਬ ਦੀ ਕਿਰਪਾ ਗੱਡੀ ਲੈਣ ਦੀ। ਇਹਦਾ ਮਤਲਬ ਲਾਗੇ ਇੱਕ ਦੂਜਾ ਭਰਾ ਜਿਹਦੇ ਕੋਲ ਗੱਡੀ ਹੈ ਨਹੀਂ, ਉਹਨੂੰ ਤੁਸੀਂ ਇਹ ਅਹਿਸਾਸ ਕਰਾਉਂਦੇ ਹੋ ਵੀ ਗੱਡੀ ਆਉਣੀ ਰੱਬ ਦੀ ਕਿਰਪਾ ਹੈ, ਗੱਡੀ ਆਉਣੀ ਰੱਬ ਦੀ ਕਿਰਪਾ ਹੈ। ਹੁਣ ਕੀ ਅਸੀਂ ਨਿੱਕੇ ਨਿੱਕੇ ਇਹਨੂੰ ਕਹਿੰਦੇ ਕੇਤੇ ਲੈ ਲੈ ਮੁਕਰਵਾ। ਕਿੰਨੇ ਲੋਕ ਨੇ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਰੱਬ ਦੀ ਬਖਸ਼ਿਸ਼ ਮੰਨ ਕੇ ਫਿਰ 10 ਮਿੰਟਾਂ ਬਾਅਦ ਫਿਰ ਡੋਲ ਜਾਂਦੇ, ਫਿਰ ਦੇਹ ਧਾਰੀਆਂ ਦੀਆਂ ਜਾ ਕੇ ਪਰਿਕਰਮਾ ਕਰਦੇ। ਯਾਨੀ ਕਿ ਉਹਨਾਂ ਦੇ ਮੁਤਾਬਕ ਨਾ ਬਖਸ਼ਿਸ਼, ਗੱਡੀ ਆਉਣੀ, 4 ਮਣ ਦਾਣੇ ਵੱਧ ਆ ਜਾਣੇ, ਪੁੱਤਰ ਦਾ ਆਨੰਦ ਕਾਰਜ ਹੋ ਜਾਣਾ, ਬਸ ਇਹ ਤੋਂ ਅੱਗੇ ਕਿਰਪਾ ਸੋਚਦੇ ਨਹੀਂ। ਤਾਂ ਪਾਤਸ਼ਾਹ ਕਹਿੰਦੇ ਨੇ ਕੇਤੇ ਲੈ ਲੈ ਮੁਕਰ ਪਾਹੇ ਤੇ ਕੇਤੇ ਮੂਰਖ ਖਾਹੀ ਖਾਹੇ। ਕਿੰਨੇ ਮੂਰਖ ਲੋਕ ਖਾਣ ਪੀਣ ਨੂੰ ਹੀ ਕਿਰਪਾ ਮੰਨਦੇ ਆ। ਇੱਦਾਂ ਰੋਟੀ ਮਿਲ ਗਈ ਬੜੀ ਰੱਬ ਦੀ ਕਿਰਪਾ, ਅੱਛਾ ਵਧੀਆ ਹੈ ਵੀ, ਮਤਲਬ ਇਹਦਾ ਮਤਲਬ ਰੱਬ ਦੀ ਕਿਰਪਾ ਰੋਟੀ 'ਤੇ ਆ ਗਈ, ਫਿਰ ਰੋਟੀ ਮਿਲ ਗਈ ਰੱਬ ਦੀ ਕਿਰਪਾ। ਜੇ ਕੱਲ੍ਹ ਨੂੰ ਨਾ ਮਿਲੀ ਕਿਰਪਾ ਨਹੀਂ ਹੈਗੀ। ਮਤਲਬ ਅਸੀਂ ਖਾਣ ਪੀਣ ਨੂੰ ਹੀ ਕਿਰਪਾ ਮੰਨ ਕੇ ਬੈਠੇ ਹਾਂ। ਫਿਰ ਉਹ ਸਿੱਖ ਕਿੱਥੇ ਗਏ ਜਿਨ੍ਹਾਂ ਨੂੰ ਜੰਗਲਾਂ ਦੇ ਵਿੱਚ ਭੁੱਖੇ ਭਾਣੇ ਰਹਿਣਾ ਪਿਆ, ਖਨੀ ਖਨੀ ਰੋਟੀ ਤੋਂ ਨਾ ਬੀਬੀਆਂ ਗੁਜ਼ਾਰਾ ਕੀਤਾ, ਉਹ ਕਿਰਪਾ ਤੋਂ ਸਿੱਖਣੀਆਂ ਸੀ। ਇਹਦਾ ਅਰਥ ਜਿੱਦਾਂ ਦੀ ਸਾਡੀ ਸੋਚ ਹੈ ਨਾ, ਜਿਵੇਂ ਇੱਕ ਡਾਕਟਰ ਦੇ ਕੋਲ ਤਰ੍ਹਾਂ ਤਰ੍ਹਾਂ ਦੇ ਮਰੀਜ਼ ਆਉਂਦੇ, ਜਿੱਦਾਂ ਦੀ ਬਿਮਾਰੀ ਵਾਲਾ ਮਰੀਜ਼ ਉੱਦਾਂ ਦੀ ਆਣ ਕੇ ਮੈਡੀਸਨ ਮੰਗਦਾ। ਤਾਂ ਅਸੀਂ ਇੱਦਾਂ ਹੀ ਸਿੱਖ ਤਰ੍ਹਾਂ ਤਰ੍ਹਾਂ ਦੇ, ਕੋਈ ਗੋਡਾ ਠੀਕ ਹੋ ਗਿਆ ਇਹਨੂੰ ਰੱਬ ਦੀ ਕਿਰਪਾ ਮੰਨੀ ਜਾਂਦਾ, ਕੋਈ ਮੋਢਾ ਠੀਕ ਹੋ ਗਿਆ ਇਹਨੂੰ ਰੱਬ ਦੀ ਕਿਰਪਾ ਮੰਨੀ ਜਾਂਦਾ, ਕਿਸੇ ਦਾ ਪੁੱਤਰ ਵਿਦੇਸ਼ ਚਲਾ ਗਿਆ ਇਹਨੂੰ ਰੱਬ ਦੀ ਕਿਰਪਾ ਮੰਨੀ ਜਾਂਦਾ। ਇੱਥੋਂ ਹੀ ਤਾਂ ਅਗਲਿਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਸੀ ਵੀ ਜਿੰਨੇ ਕਸਟਮਰ ਜ਼ਿਆਦਾ ਹੋਣਗੇ ਉਨੀਆਂ ਅਗਲੀਆਂ ਵੱਡੀਆਂ ਵੱਡੀਆਂ ਦੁਕਾਨਾਂ ਖੋਲ੍ਹ ਲੈਣਗੇ। ਤਾਂ ਹੀ ਉਹ ਤੇ ਰੱਬ ਦੇ ਨਾਂ 'ਤੇ ਵੱਡੇ ਵੱਡੇ ਅਗਲਿਆਂ ਨੇ ਇੱਦਾਂ ਹੀ ਤੇ ਰੱਬ ਦੇ ਨਾਂ 'ਤੇ ਵੱਡੇ ਵੱਡੇ ਮੌਲ ਖੋਲ੍ਹ ਲਏ ਨੇ ਨਾ ਵੀ ਇੱਥੇ ਆਓਗੇ ਇੱਥੋਂ ਸੁਖਣਾ ਪੂਰੀ ਹੋਏਗੀ, ਇੱਥੋਂ ਪੁੱਤ ਮਿਲੇਗਾ, ਇੱਥੋਂ ਦੁੱਧ ਮਿਲੇਗਾ, ਇੱਥੋਂ ਫਲਾਣੀ ਚੀਜ਼ ਮਿਲੇਗੀ। ਤਾਂ ਪਾਤਸ਼ਾਹ ਨੇ ਕਲੀਅਰ ਕਹਿਤਾ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ। ਕੇਤਿਆਂ ਦੁੱਖ ਭੂਖ ਸਦ ਮਾਰ। ਕਿੰਨੇ ਲੋਕ ਨੇ ਜਿਹੜੇ ਦੁਖੀ ਵੀ ਹੋ ਰਹੇ ਨੇ, ਭੁੱਖ ਨਾਲ ਵੀ ਲੜ ਰਹੇ ਨੇ ਅਤੇ ਮਾਰ ਵੀ ਸਰ। ਹੁਣ ਸੁਣਿਓ, ਜਿਹੜੇ ਲੋਕ ਰੱਬ ਦੇ ਨਾਂ 'ਤੇ ਵਰਤ ਰੱਖਦੇ, ਕੀ ਉਹਨਾਂ ਨੂੰ ਭੁੱਖ ਨਹੀਂ ਲੱਗਦੀ? ਭੁੱਖ ਤਾਂ ਲੱਗਦੀ ਹੈ, ਭੁੱਖ ਲੱਗੀ ਹੁੰਦੀ ਆ, ਪਰ ਲੜਦੇ ਆ, ਜੀ ਕਰਦਾ ਖਾਣ ਨੂੰ, ਪਰ ਉਹਦੀ ਬਖਸ਼ਿਸ਼ ਲੈਣ ਵਾਸਤੇ ਹੁਣ ਸ਼ਬਦ ਉੱਤੇ ਤੁਰਿਆ ਆ ਰਿਹਾ ਬਹੁਤਾ ਕਰਮ, ਕਿਉਂਕਿ ਜਿਸ ਨੂੰ ਬਖਸ਼ਿਸ਼ ਸਿਵ ਸਲਾਹ, ਉਹਦੀ ਬਖਸ਼ਿਸ਼ ਲੈਣ ਵਾਸਤੇ ਕਈ ਭੁੱਖ ਨਾਲ ਵੀ ਲੜਦੇ। ਇੱਦਾਂ ਭੁੱਖ ਲੱਗੀ ਆ ਪਰ ਖਾਂਦੇ ਨਹੀਂ। ਪਤਾ ਕਿਉਂ? ਕਹਿੰਦੇ ਨਹੀਂ ਮੇਰਾ ਵਰਤ ਰੱਖਿਆ ਜੀ, ਮੇਰਾ ਸੋਮਵਾਰ ਦਾ ਵਰਤ ਹੈ ਜੀ, ਮੇਰਾ ਮੰਗਲਵਾਰ ਦਾ ਵਰਤ ਹੈ ਜੀ। ਪਤੀ ਦੀ ਲੰਬੀ ਉਮਰ ਵਾਸਤੇ ਵੀ ਕਈ ਵਰਤ ਰੱਖਦੇ ਆ। ਵੈਸੇ ਉਹ ਵਰਤ ਕਾਹਦਾ ਹੁੰਦਾ? ਸਵੇਰੇ ਖਾ ਲੈਣਾ ਤੜਕੇ, ਸਾਰਾ ਦਿਨ ਖਾਣਾ ਕੋਈ ਨਹੀਂ, ਸ਼ਾਮ ਨੂੰ ਫੇਰ ਵੱਧ ਖਾ ਬਹਿਣਾ। ਵਰਤ ਕਾਹਦੇ ਹੁੰਦੇ? ਉਦੋਂ ਤੇ ਰੇਹੜੀਆਂ ਤੋਂ ਆਮ ਫਰੂਟ ਵਾਲੀ ਦੁਕਾਨ ਤੋਂ ਫਰੂਟ ਵੀ ਨਹੀਂ ਮਿਲਦਾ। ਤਾਂ ਪਰ ਕੀਤਾ ਜਾ ਰਿਹਾ, ਨਾਟਕ ਤੇ ਕੀਤਾ ਜਾ ਰਿਹਾ ਇਹਦਾ ਰੱਬ ਦੇ ਨਾਂ 'ਤੇ ਵੀ ਮੈਂ ਵਰਤ ਰੱਖਿਆ ਜੀ। ਉੱਦਾਂ ਤੁਸੀਂ ਹਫ਼ਤੇ 'ਚ 15 ਦਿਨਾਂ ਬਾਅਦ ਇੱਕ ਦਿਨ ਭੁੱਖੇ ਰਹੋ, ਗੱਲ ਹੋਰ ਹੈ, ਪਰ ਤੁਸੀਂ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਰਹੋ, ਇਹ ਗੁਰਮਤਿ ਨੇ ਕਦੀ ਵੀ ਪ੍ਰਵਾਨ ਨਹੀਂ ਕੀਤਾ। ਪਰ ਕਈ ਦੁਖੀ ਵੀ ਹੁੰਦੇ ਆ। ਕੇਤਿਆਂ ਦੁੱਖ ਭੂਖ, ਦੁੱਖ ਅਤੇ ਭੁੱਖ। ਹੁਣ ਕਿੰਨੇ ਪਿਆਰੇ ਸ਼ਬਦ ਵਰਤੇ। ਸਰੀਰ ਨੂੰ ਕਸ਼ਟ ਆ ਰਿਹਾ, ਠੰਡ ਲੱਗ ਰਹੀ ਹੈ ਅਤੇ ਬਰਫ ਵਾਲੇ ਥਾਂ 'ਤੇ ਬੈਠੇ ਆ, ਠੰਡਿਆਂ ਪਾਣੀਆਂ 'ਚ ਖਲੋਤੇ ਆ, ਗਰਮੀ ਲੱਗ ਰਹੀ ਆ ਅਤੇ ਧੂਣੀਆਂ 'ਤੇ ਪਾ ਕੇ ਬੰਨੇ ਬੰਨੇ ਬੈਠੇ ਆ। ਤੋ ਜਾਨੀ ਕਿ ਕਈ ਇਹਨੂੰ ਹੀ ਉਹਦੀ ਬਖਸ਼ਿਸ਼ ਮੰਨ ਕੇ ਬੈਠੇ ਆ, ਭਾਵ ਕਿ ਇਹਦੇ ਰਾਹੀਂ ਉਹਦੀ ਦਾਤ ਪ੍ਰਾਪਤ ਕਰਨਾ ਚਾਹੁੰਦੇ ਵੀ ਸ਼ਾਇਦ ਮੈਂ ਸਰੀਰ ਨੂੰ ਦੁਖੀ ਕਰਾਂਗਾ, ਸਰੀਰ ਮੈਨੂੰ ਭੁੱਖ ਲੱਗੀ ਹੈ ਅਤੇ ਮੈਂ ਭੁੱਖ ਨਾਲ ਲੜਾਂਗਾ ਅਤੇ ਸ਼ਾਇਦ ਇਹਦੇ ਨਾਲ ਮੈਨੂੰ ਬਖਸ਼ਿਸ਼ ਦਾ ਪਾਤਰ ਬਣ ਜਾਵਾਂਗਾ। ਕੇਤਿਆਂ ਦੁੱਖ ਭੂਖ ਸਦ ਮਾਰ। ਕਈ ਮਾਰਾਂ ਵੀ ਸਹਿ ਰਹੇ ਆ। ਕਈਆਂ ਮੱਤਾਂ ਵੀ ਤੁਸੀਂ ਵੇਖਿਆ ਨਾ ਕਿੱਦਾਂ ਮਾਰ ਮਾਰ ਕੇ ਸਰੀਰ ਤੋਂ ਜ਼ਖਮ ਇੱਦਾਂ ਮਾਰ ਮਾਰ ਕੇ ਤੇਜ਼ ਹਥਿਆਰ ਅਤੇ ਸਰੀਰ 'ਚੋਂ ਖੂਨ ਕੱਢ ਲੈਂਦੇ ਆ। ਨੰਗੇ ਪੈਰੀ ਤੁਰਦੇ, ਯਾਤਰਾ ਨਹੀਂ ਕਰਦੇ ਕਈ, ਕਿੱਦਾਂ ਹਜ਼ਾਰਾਂ ਕਿਲੋਮੀਟਰ ਨੰਗੇ ਪੈਰੀ ਯਾਤਰਾ ਕਰਦੇ ਆ, ਕਸ਼ਟ ਦਿੰਦੇ ਆ ਆਪਣੇ ਸਰੀਰ ਨੂੰ, ਉਹਦੀ ਬਖਸ਼ਿਸ਼ ਦਾ ਪਾਤਰ ਬਣਨ ਵਾਸਤੇ। ਪਾਤਸ਼ਾਹ ਦੇ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਹੇ ਦਾਤਾਰ, ਕਿ ਇਹ ਵੀ ਤੇਰੀ ਦਾਤ ਹੀ ਹੈ ਵੀ ਕੀ ਲੋਕ ਆ ਜਿਹੜੇ ਤੇਰੀ ਦਾਤ ਪ੍ਰਾਪਤ ਕਰਨ ਵਾਸਤੇ ਦੁੱਖ ਭੁੱਖ ਸਦ ਮਾਰੇ ਸਭ ਸਹਿ ਰਹੇ ਨੇ, ਅੰਦਰ ਵਕਾਰ ਤੰਗ ਕਰ ਰਹੇ ਆ, ਅੰਦਰ ਤ੍ਰਿਸ਼ਨਾ ਦੀ ਭੁੱਖ ਉਸੇ ਤਰ੍ਹਾਂ ਬਰਕਰਾਰ ਵਾ, ਅੰਦਰੋਂ ਵਕਾਰਾਂ ਦੀ ਮਾਰ ਅੰਦਰੋਂ ਉੱਦਾਂ ਹੀ ਪੈ ਰਹੀ ਆ, ਅਤੇ ਬਾਹਰੀ ਤੌਰ 'ਤੇ ਪਖੰਡ ਕਰਕੇ ਲੋਕ ਤੇਰੀ ਦਾਤ ਪ੍ਰਾਪਤ ਕਰਨ ਦਾ ਦਾਅਵਾ ਪਿਆ ਕਰਦੇ ਨੇ। ਪਾਤਸ਼ਾਹ ਕਹਿੰਦੇ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਪਾਤਸ਼ਾਹ ਕਹਿੰਦੇ ਆਹ ਤਰੀਕਾ ਥੋੜ੍ਹਾ, ਉਹਦੀ ਬਖਸ਼ਿਸ਼ ਦੇ ਪਾਤਰ ਬਣਨ ਵਾਸਤੇ ਆ ਜਿਹੜੇ ਉੱਪਰ ਦੱਸੇ ਹੋਏ ਕਰਮ ਕਾਂਡ ਕਰ ਰਿਹਾ ਬੰਦੇ, ਇਹ ਤਰੀਕਾ ਥੋੜ੍ਹਾ। ਬੰਦ ਖਲਾਸੀ, ਬੰਧਨਾਂ ਤੋਂ ਖਲਾਸੀ ਭਾਣੇ ਹੋਏ, ਇੱਕੋ ਹੀ ਤਰੀਕਾ ਹੈ। ਬੰਧਨਾਂ ਤੋਂ ਖਲਾਸੀ, ਵਕਾਰਾਂ ਤੋਂ ਖਲਾਸੀ ਪਾਉਣ ਦਾ ਇੱਕੋ ਇੱਕ ਤਰੀਕਾ ਹੈ, ਉਹਦੇ ਭਾਣੇ 'ਚ ਉਹਦੀ ਰਜਾ 'ਚ ਤੁਰਨਾ ਪੈਣਾ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਈ। ਹੋਰ ਕੋਈ ਤਰੀਕਾ ਜੇ ਕੋਈ ਦੱਸਦਾ ਹੈ ਨਾ ਉਹਦੀ ਬਖਸ਼ਿਸ਼ ਦਾ ਪਾਤਰ ਬਣਨ ਵਾਸਤੇ, ਕਹਿੰਦੇ ਹੋਰ ਕੋਈ ਤਰੀਕਾ ਹੈ ਹੀ ਨਹੀਂ, ਨਿਫਲ ਹੈ, ਹੋਰ ਆਖ ਨਾ ਸਕੈ
कोई बंध खलासी, बंधना तो खलासी, ਬੰਧਨਾਂ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਤਰੀਕਾ ਭਾਣੇ ਹੋਏ। ਹੁਣ ਵੇਖੋ ਤੁਸੀਂ ਇਸ ਲੜੀ ਨੂੰ ਜੋੜੋ ਹੁਣ ਪਿੱਛੇ, ਫਿਰ ਪਹਿਲੀ ਪੌੜੀ 'ਚ ਕਹਿਤਾ ਸੀ ਨਾ ਹੁਕਮ ਰਜਾਈ ਚੱਲਣਾ, ਇੱਥੇ ਕਹਿਤਾ ਬੰਧ ਖਲਾਸੀ ਭਾਣੇ ਹੋਏ। ਕਿੰਨੇ ਪਿਆਰੇ ਸ਼ਬਦ ਬਤੇ, ਹੁਕਮੀ ਹੋਣਾ ਕਾਰ ਹੁਕਮ ਨਾ ਕਹਿਆ ਜਾਈ, ਨਾਨਕ ਹੁਕਮ ਹੈ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ। ਤੋ ਪਾਤਸ਼ਾਹ ਵੇਖੋ ਕਿੱਦਾਂ ਲੜੀ ਪਰੋ ਰਿਹਾ, ਇੱਥੇ ਬੰਧ ਖਲਾਸੀ ਭਾਣੇ ਹੋਏ ਕਹਿਤਾ, ਪਹਿਲੀ ਪੌੜੀ 'ਚ ਕਹਿਤਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤੋ ਜਾਣੀ ਕਿ ਉਹਦੇ ਨਾਲੋਂ ਦੂਰੀ ਮਿਟਣ ਦਾ ਇੱਕੋ ਇੱਕ ਤਰੀਕਾ ਹੈ, ਉਹਦੀ ਰਜਾ 'ਚ, ਉਹਦੇ ਹੁਕਮ 'ਚ ਤੈਨੂੰ ਆਪਣੇ ਆਪ ਨੂੰ ਲੈ ਕੇ ਆਉਣਾ ਪੈਣਾ। ਬੰਧ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਈ, ਜੇ ਕੋ ਖਾਇਕ, ਖਾਇਕ ਕਹਿੰਦੇ ਨੇ ਕੱਚਾ ਬੰਦਾ, ਜੇ ਆਪਾਂ ਸਿੱਧੀ ਜੀ ਭਾਸ਼ਾ ਕਹੀਏ ਖੱਚ ਬੰਦਾ, ਕੱਚਾ ਬੰਦਾ, ਜਿਹੜਾ ਆਪਣੇ ਮਨ ਦੀ ਜਿੱਦ ਨਾਲ ਤੁਹਾਨੂੰ ਨਵੇਂ ਤੋਂ ਨਵਾਂ ਰਾਹ ਦੱਸਣ ਦਾ ਦਾਅਵਾ ਕਰਦਾ, ਮੈਂ ਦੱਸਾਂਗਾ ਆਹ ਤਰੀਕਾ ਉਹਦੀ ਬਖਸ਼ਿਸ਼ ਲੈਣ ਦਾ। ਕਹਿੰਦੇ ਜੇ ਕੋ ਖਾਇਕ ਆਖਣ ਪਾਏ, ਆਖਣ ਦਾ ਤਰੀਕਾ ਤੁਹਾਨੂੰ ਕੋਈ ਨਵਾਂ ਰਾਹ ਦੱਸੇ ਵੀ ਆਹ ਤਰੀਕਾ ਹੈ ਉਹਦੀ ਬਖਸ਼ਿਸ਼ ਦੇ ਪਾਤਰ ਬਣਨ ਵਾਸਤੇ, ਉਹ ਜਾਣੇ। ਜੇਤੀਆਂ ਮੂੰਹ ਖਾਏ, ਉਹ ਹੀ ਜਾਣਦਾ ਕਿ ਉਹ ਕਿੰਨੀਆਂ ਇਸ ਬਦਲੇ ਉਹ ਚੋਟਾਂ ਖਾਂਦਾ। ਜੇਤੀਆਂ ਮੂੰਹ ਖਾਏ, ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਈ, ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ। ਉਹ ਆਪ ਹੀ ਜਾਣਦਾ ਕਿ ਇਹਦੇ ਬਦਲੇ ਉਹਨੂੰ ਕਿੰਨੀਆਂ ਮਾਰਾਂ ਸਹਿਣੀਆਂ ਪੈਂਦੀਆਂ ਨੇ, ਕਿੰਨਾ ਆਤਮਿਕ ਤੌਰ 'ਤੇ ਦੁਖੀ ਹੁੰਦਾ ਹੈ। ਕਹਿਣ ਲੱਗੇ ਆਪੇ ਜਾਣੇ ਆਪੇ ਦੇ, ਹਾਂ ਜਿਹਨੂੰ ਸਮਝ ਆ ਜਾਂਦੀ ਹੈ ਕੋ ਆਪ ਹੀ ਜਾਣਦਾ ਹੈ ਅਤੇ ਆਪ ਹੀ ਉਹਦੀ ਰਜਾ ਵਿੱਚ ਤੁਰ ਕੇ ਉਹਦੀ ਬਖਸ਼ਿਸ਼ ਦੇ ਪਾਤਰ ਬਣਿਆ ਜਾ ਸਕਦਾ। ਆਖੇ ਸੇਪੇ ਕਈ ਕੇ, ਦੁਨੀਆ 'ਤੇ ਕਈ ਬੰਦੇ ਹੈਗੇ ਨੇ ਜਿਹੜੇ ਇਸ ਗੱਲ ਨੂੰ ਸਮਝ ਲੈਂਦੇ ਆ ਕਿ ਭਾਈ ਤੇਰੀ ਚਲਾਕੀ ਨਾਲ, ਤੇਰੀ ਚਤੁਰਾਈ ਨਾਲ, ਤੇਰੇ ਮਨ ਦੇ ਸਿਆਣਪ ਨਾਲ ਨਹੀਂ ਮਿਲਣਾ, ਕਿਉਂਕਿ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾ ਕੇ ਹਿਰਦੈ ਭਾਵ ਹੈ ਦੂਜਾ ਰੇ ਜਨ, ਮਨ ਮਾਧੋ ਸਿਉ ਲਾਈ ਹੈ ਚਤੁਰਾਈ ਨਾ ਚਤੁਰ ਪੁੱਜ ਪਾਈਏ। ਚਲਾਕੀਆਂ ਨਾਲ, ਮਨ ਦੀਆਂ ਚਤੁਰਾਈਆਂ ਨਾਲ ਤੂੰ ਉਹਦੇ ਨਾਲ ਸਾਂਝ ਨਹੀਂ ਪਾ ਸਕਦਾ। ਕਿੰਨੇ ਪਿਆਰੇ ਸ਼ਬਦ ਵਰਤੇ, ਬੰਦ ਖਲਾਸੀ ਪਾਤਸ਼ਾਹ ਕਹਿੰਦੇ ਭਾਣੇ ਹੋਏ। ਕਹਿਣ ਲੱਗੇ ਹੋਰ ਆਖ ਨਾ ਸਕੇ ਕੋਈ, ਕਹਿਣ ਲੱਗੇ ਹੋਰ ਕੋਈ ਤਰੀਕਾ ਹੈ ਨਹੀਂ, ਬੰਦ ਖਲਾਸੀ ਭਾਣੇ ਹੋਏ। ਬੰਧਨਾਂ ਤੋਂ ਖਲਾਸੀ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਉਹਦੀ ਰਜਾ ਵਿੱਚ, ਉਹਦੇ ਭਾਣੇ ਵਿੱਚ ਤੁਰ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਹੈ। ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਈ, ਹੋਰ ਜੇ ਕੋ ਤੁਹਾਨੂੰ ਇਸ ਤੋਂ ਬਿਨਾਂ ਰਾਹ ਦੱਸ ਰਿਹਾ ਹੈ, ਕਹਿਣ ਲੱਗੇ ਉਹ ਰਾਹ ਗਲਤ ਹੈ ਭਾਈ। ਇੱਕੋ ਇੱਕ ਤਰੀਕਾ ਹੈ, ਆਪਣੇ ਆਪ ਨੂੰ ਉਹਦੀ ਰਜਾ ਵਿੱਚ ਤੋਰ, ਆਪਣੇ ਕਰਮ ਇੰਦਰੇ, ਆਪਣੇ ਗਿਆਨ ਇੰਦਰੇ, ਆਪਣੇ ਮਨ ਦਾ ਪਰਿਵਾਰ ਸਾਰੇ ਦਾ ਸਾਰਾ ਉਹਦੇ ਬੇੜੇ ਚੜਾ। ਜਿਹਨੂੰ ਭਗਤ ਕਬੀਰ ਜੀ ਨੇ ਸੀ ਕਿਹਾ ਵੀ ਦੀਨ ਦਿਆਲ ਭਰੋਸਾ ਤੇਰਾ ਸਭ ਪਰਿਵਾਰ ਚੜਾਇਆ ਬੇੜੇ, ਆਪਣੇ ਸਾਰੇ ਦਾ ਸਾਰਾ ਮਨ ਦਾ ਪਰਿਵਾਰ ਮੈਂ ਹੁਣ ਤੇਰੇ ਸੱਚ ਦੇ ਬੇੜੇ ਚਾੜ ਦਿੱਤਾ। ਹੁਣ ਅੱਖਾਂ ਗਲਤ ਨਹੀਂ ਵੇਖਦੀਆਂ, ਕੰਨ ਗਲਤ ਸੁਣਦੇ ਨਹੀਂ, ਜ਼ੁਬਾਨ ਗਲਤ ਬੋਲਦੀ ਨਹੀਂ। ਇਹੋ ਇੱਕ ਤਰੀਕਾ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਈ। ਅਤੇ ਜੇ ਕੋ ਖਾਇਕ, ਜੇ ਕੋ ਮੂਰਖ ਬੰਦਾ, ਕੱਚਾ ਬੰਦਾ ਦੱਸਣ ਦਾ ਤਰੀਕਾ ਨਵੇਂ ਤੋਂ ਨਵਾਂ ਰਾਹ ਦੱਸੇ, ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ। ਉਹ ਆਪ ਹੀ ਜਾਣਦਾ ਵੀ ਕਿੰਨਾ ਆਤਮਿਕ ਤੌਰ 'ਤੇ ਅਪਸੈਟ ਹੁੰਦਾ ਹੈ, ਕਿੰਨਾ ਉਹ ਇਸ ਬਦਲੇ ਚੋਟਾਂ ਖਾਂਦਾ ਹੈ। ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ। ਉਹ ਆਪ ਹੀ ਜਾਣਦਾ ਹੈ ਅਤੇ ਆਪ ਹੀ ਦਾਤਾਂ ਦੇਣ ਵਾਲਾ। ਕਿਹੜੀਆਂ ਦਾਤਾਂ? ਬਖਸ਼ਿਸ਼ ਦੀਆਂ, ਕਰਮ ਦੀਆਂ। ਆਪੇ ਜਾਣੇ ਆਪੇ ਦੇ ਅਤੇ ਆਖੇ ਸੇਪੇ ਕਈ ਕੇ। ਕੁਝ ਲੋਕ ਹੈਗੇ ਨੇ ਜਿਹੜੇ ਹੌਲੀ ਹੌਲੀ ਇਸ ਸੱਚ ਨੂੰ, ਜਾਣੀ ਕਿ ਇੱਦਾਂ ਸਮਝ ਲਈਏ ਕੁਝ ਲੋਕ ਜਿਹੜੇ ਉਹਦੀ ਰਜਾ ਨੂੰ ਸਮਝ ਕੇ ਉਹਦੇ ਭਾਣੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਨੇ। ਆਖੇ ਸੇਪੇ ਕਈ ਕਿ ਜਿਸ ਨੂੰ ਬਖਸ਼ੇ ਸਿਵ ਸਲਾਹ, ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ, ਉਹਦੀ ਰਜਾ 'ਚ ਤੁਰ ਕੇ ਨਾਨਕ ਪਾਤਸ਼ਾਹੀ ਪਾਤਸ਼ਾਹੇ ਨਾਨਕ, ਉਹ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਹੈ ਅਤੇ ਉਹ ਅੰਦਰੋਂ ਪਾਤਸ਼ਾਹ ਬਣਦਾ ਹੈ, ਅੰਦਰੋਂ ਅਮੀਰ ਹੁੰਦਾ ਉਹ। ਕਿਉਂਕਿ ਜਿਹਦੇ ਕੋਲ ਬੈਠਦਾ ਹੈ ਉਹਦੇ ਕੋਲ ਬੈਠ ਕੇ ਉਹ ਸੋਭਾ ਪਾਉਂਦਾ ਹੈ। ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਕੋ ਹਰ ਸਮਾਨ ਨਹੀਂ ਰਾਜਾ। ਉਹ ਬੈਠਦਾ ਉਸ ਰਾਜੇ ਕੋਲ ਹੈ ਜਿਹਦੇ ਵਰਗਾ ਦੁਨੀਆ 'ਤੇ ਹੋਰ ਰਾਜਾ ਕੋਈ ਨਹੀਂ। ਆਓ ਅਸੀਂ ਉਸ ਮਾਲਕ ਦੇ ਨਾਲ ਬੈਠ ਕੇ ਸੱਚ ਦਾ ਸੰਗ ਕਰਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ ਅਤੇ ਆਪਣੇ ਜ਼ਿੰਦਗੀ ਦੇ ਵਿੱਚ ਸੱਚਾਈ ਵਾਲਾ ਰਸਤਾ ਅਪਣਾਈਏ। ਕਿਉਂਕਿ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁੱਖ ਹੋਏ। ਜਿਨ੍ਹਾਂ ਦੇ ਕੋਲ ਸੱਚ ਹੈ ਨਹੀਂ ਉਹ ਜ਼ਿੰਦਗੀ 'ਚ ਕਦੀ ਸੁਖੀ ਨਹੀਂ ਹੋ ਸਕਦੇ। ਖੋਟੇ ਵਣਜ ਵਣਜੇ ਮਨ ਤਨ ਖੋਟਾ ਹੋਏ, ਫਾਹੀ ਫਾਥੇ ਮਿਰਗ ਜਿਉਂ ਦੁੱਖ ਘਣਾਉਨੇ ਤਰੋਏ। ਜਿਵੇਂ ਮਿਰਗ ਜਦੋਂ ਫਾਹੀ ਵਿੱਚ ਫਸ ਜਾਂਦਾ ਹੈ, ਦੁਖੀ ਹੁੰਦਾ ਹੈ, ਅਸੀਂ ਵੀ ਉਦੋਂ ਹੀ ਦੁਖੀ ਹੁੰਦੇ ਹਾਂ ਜਦੋਂ ਅਸੀਂ ਵਕਾਰਾਂ ਦੀਆਂ ਫਾਹੀਆਂ ਵਿੱਚ ਫਸਦੇ ਹਾਂ। ਆਓ ਪਿਆਰਿਓ, ਇਹ 25 ਨੰਬਰ ਪੌੜੀ 'ਚ ਉਹਦੀ ਬਖਸ਼ਿਸ਼ ਦੇ ਪਾਤਰ ਬਣ ਲਈ ਧੱਕੇ ਨਾਲ ਤੁਸੀਂ ਉਹਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕਦੇ। ਜਿਵੇਂ ਆਪਾਂ ਪੜ੍ਹ ਚੁੱਕੇ ਹਾਂ ਕਿ ਜੇ
ਧੱਕੇ ਨਾਲ ਉਹਦੀ ਬਖਸ਼ਿਸ਼ ਦੇ ਪਾਤਰ ਬਣਿਆ ਜਾਂਦਾ। ਬਹੁਤ ਲੋਕਾਂ ਨੇ ਬੜੇ ਬੜੇ ਰਸਤੇ ਅਪਣਾਏ, ਪਰ ਕਿਸੇ ਵੀ ਰਸਤੇ ਨੂੰ ਗੁਰਦੇਵ ਨੇ ਪ੍ਰਵਾਨ ਨਹੀਂ ਕੀਤਾ। ਇੱਕੋ ਇੱਕ ਤਰੀਕਾ ਸੀ, ਸੋ ਸਿੱਖ ਸਕਾ ਬੰਦਰ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੈ। ਆਓ ਉਹਦੇ ਰਜਾ ਵਿੱਚ ਤੁਰ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ, ਅਤੇ ਉਹਦੀ ਰਜਾ, ਉਹਦਾ ਰਸਤਾ ਸਾਨੂੰ ਗੁਰਬਾਣੀ ਵਿੱਚ ਬੜਾ ਸੌਖਾ ਦੱਸਿਆ ਹੋਇਆ। ਅਸੀਂ ਆਪਣੇ ਪਰਿਵਾਰਾਂ ਵਿੱਚ ਆਪਣੀ ਰੋਜ਼ਮर्रा ਦੀ ਜ਼ਿੰਦਗੀ ਜਿਉ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਦੇ ਹਾਂ। ਸਾਰਿਆਂ ਦਾ ਧੰਨਵਾਦ ਜੋ ਤੁਸੀਂ ਰੋਜ਼ਾਨਾ ਸਮਾਂ ਕੱਢ ਕੇ ਇਹ ਨਿਰੰਤਰ ਜਿਹੜਾ ਗੁਰਬਾਣੀ ਦੀ ਵਿਚਾਰ ਪਾਠ ਸਰਵਣ ਕਰਦੇ ਹੋ। ਆਪਾਂ ਕੋਸ਼ਿਸ਼ ਕਰਾਂਗੇ ਇੱਦਾਂ ਬਾਣੀ ਪੜ੍ਹਦਿਆਂ ਵਿਚਾਰਦਿਆਂ ਆਪਣੀ ਜ਼ਿੰਦਗੀ ਦੇ ਨਾਲ ਇਹਨਾਂ ਵਿਚਾਰਾਂ ਨੂੰ ਜੋੜ ਸਕੀਏ, ਜ਼ਿੰਦਗੀ ਵਿੱਚ ਇਹ ਗੁਣ ਧਾਰਨ ਕਰ ਸਕੀਏ, ਤਾਂ ਕਿ ਸਾਡੀ ਜ਼ਿੰਦਗੀ ਖੂਬਸੂਰਤ ਬਣ ਸਕੇ। ਸਾਰਿਆਂ ਦਾ ਧੰਨਵਾਦ। ਇਹਨੇ ਕੇ ਬਚਨ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।